ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਕਨ ਹਰ ਗੋਂਦ ਬਸੋਰੋ ਮਾਵਲ ਕੁਸੁਮ ਬਸੰਤ ਗਨੰਤ ਨ ਆਵੈ। रव सर किरण उदर सागर को गंग तरंग अंध को पावै। रुदर ध्यान ज्ञान सतगुर के कव जल भल उन्हें जोगावै। भले अमरदास गुण तेरे तेरी उपमा तोहे बन आवै। तुमरी महिमा अपरे अपारा जाका लहो न किन्हु पारा। देव देव राजन के राजा दीन दयाल गरीब निवाजा। कहाँ बुद्ध प्रभ तुच्छ हमारी वर्ण सकै महिमा जो तिहारी। हम ना सगत कर सिफत तुम्हारी आप ले हो तुम कथा सुधारी। सो कहो टल गुरु सेवियै ऐनिस सहज सवार। दर्शन परसै गुरु कै जन्म मरण दुख। दर्शन परसै गुरु कै जन्म मरण दुख जाय। सतनाम श्री वाहिगुरु साहिब जी। राग सोहे छंत महला तीजा घर दूजा। एक ओंकार सतगुर प्रसाद। सुख सुहिलड़ा हर ध्यावो गुरमुख हर फल पावो। गुरमुख फल पावो हर नाम ध्यावो। जन्म जन्म के दुख निवारे बलहारी गुर अपने विटो। जिन कारज सब सवारे हर प्रभ कृपा करे हर जापो। सुख फल हर जन पावो। नानक कहे सुनो जन भाई सुख सोहिलड़ा हर ध्यावो। नानक कहे सुनो जन भाई सुख सोहिलड़ा हर ध्यावो। वाहिगुरु जी का खालसा वाहिगुरु जी की फतेह। परम सत्कारयोग गुरु साहिब जी दे साजी निवाजी गुरु स्वरूप गुरु खालसा साध संगत जीओ। आप सरबत संगतां शामां दे वक्त सजे हुए दीवान विच हाजिर होए हो। जो भी माई भाई इस स्थान के नेड़े तो अथवा दूर तो चल के आए हो। उम्र ओहा विच लेखे दे याद साईं विच गुजरे पैंदी। हुण रागी सिंह साहबाना ने कीर्तनी जथे ने आप जी नूं गुर शब्द संगीत कला के अनुसार श्रवण कराया है। उपरंत जो लड़ीवार कथा
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਗੰਗਾ ਦੇ ਪ੍ਰਵਾਹ ਦੀ ਨਿਆਈ ਚੱਲ ਰਹੀ ਹੈ। ਇੱਕ ਪ੍ਰਮਾਣ ਦੇਣ ਵਾਸਤੇ ਗੰਗਾ ਦਾ ਨਾਂ ਲਿਆ ਜਾਂਦਾ ਹੈ। ਕਰੋੜਾਂ ਗੰਗਾ ਵੀ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ। ਗੁਰਬਾਣੀ ਦਾ ਪ੍ਰਵਾਹ ਜੋ ਹੈ, ਲੜੀਵਾਰ ਆਪ ਜੀ ਆਨੰਦ ਮਾਣਦੇ ਹੋ। ਪੂਰੇ ਸੰਸਾਰ ਦੇ ਮਨੁੱਖ ਜਿਸ ਬਿਮਾਰੀ ਦੀ ਲਪੇਟ ਵਿੱਚ ਆ ਗਏ ਸਨ, ਘਰ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਸੀ, ਇਸ ਬਿਮਾਰੀ ਦਾ ਪ੍ਰਭਾਵ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਗਿਆ, ਜਿਸ ਦੇ ਕਾਰਨ ਗੁਰੂ ਘਰਾਂ ਦੀਆਂ ਰੌਣਕਾਂ ਘਟ ਗਈਆਂ। ਪਰਿਵਾਰਾਂ ਦੇ ਕਿੰਨੇ ਜੀ ਸੰਸਾਰ ਵਿੱਚੋਂ ਚਲੇ ਗਏ। ਹੌਲੀ ਹੌਲੀ ਉਸ ਬਿਮਾਰੀ ਤੋਂ ਰਾਹਤ ਮਿਲੀ ਹੈ। ਮੁੜੋ ਰੌਣਕਾਂ ਫਿਰ ਪਰਤਣ ਲੱਗੀਆਂ, ਪਰ ਅਜੇ ਵੀ ਬਹੁਤ ਅਸਰ ਦੇਖਿਆ ਜਾਂਦਾ। ਮੈਂ ਹੈਰਾਨ ਹਾਂ, ਇਹ ਕਰੋਨਾ ਭਾਵੇਂ ਹਟ ਗਿਆ, ਪਰ ਇਹ ਤਾਂ ਉਹ ਸਟੇਜ ਹੈ ਜਿਹਦੀਆਂ ਮਿਸਾਲਾਂ ਬਾਕੀ ਥਾਂ ਤੇ ਦਿੱਤੀਆਂ ਜਾਂਦੀਆਂ। ਇਹ ਤਾਂ ਸਾਰਾ ਦਿਨ ਸੰਗਤਾਂ ਬੜੀਆਂ ਆਨੰਦ ਮਾਣਦੀਆਂ। ਗੁਰੂ ਕਿਰਪਾ ਕਰੇ ਮੁੜ ਕੇ ਫੇਰ ਇਸੇ ਤਰ੍ਹਾਂ ਰੌਣਕਾਂ ਲੱਗਣ। ਸੰਤ ਜਨਾਂ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਕਿਹੜਾ ਕਿਸੇ ਦੇ ਆਸਾਨ ਕਰਨਾ ਹੈ। ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਦੇਣ ਵਾਲੇ ਪਾਪ ਕਰਮ, ਉਹਨਾਂ ਨੂੰ ਸਾੜਨ ਵਾਸਤੇ ਸਤਸੰਗਤ ਕੀਤੀ ਜਾਂਦੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਜੋ 767 ਅੰਗ ਤੇ ਇਹ ਸ਼ਬਦ ਪ੍ਰਾਰੰਭ ਹੁੰਦਾ ਹੈ, ਜਿੱਥੋਂ ਇਹ ਵਿਚਾਰ ਪ੍ਰਾਰੰਭ ਹੁੰਦੀ ਹੈ। ਇਸ ਤੋਂ ਪਹਿਲਾਂ ਆਪ ਜੀ ਗਿਆਨੀ ਸਿੰਘ ਸਾਹਿਬਾਨਾਂ ਤੋਂ ਕਿਹੜੇ ਕਿਹੜੇ ਗੁਰਮੁਖ ਸਨ, ਦਾਸ ਤੋਂ ਪਹਿਲਾਂ ਕਿਹਨੇ ਹਾਜ਼ਰੀ ਭਰੀ ਮੈਨੂੰ ਪਤਾ ਨਹੀਂ। ਇੱਥੇ ਤੱਕ ਪਿੱਛੇ ਕਥਾ ਹੋ ਚੁੱਕੀ ਹੈ। ਹੁਣ ਅੱਗੇ ਜਿਸ ਪ੍ਰਕਾਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ, ਸਰਵਣ ਕਰੋ ਜੀ। ਰਾਗ ਸੋਹੇ ਛੰਤ ਮਹੱਲਾ ਤੀਜਾ ਘਰ ਦੂਜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿਹੜੀ ਹੈ 31 ਰਾਗਾਂ ਵਿੱਚ ਵੰਡੀ ਹੋਈ ਹੈ। ਉਹਦੇ ਵਿੱਚੋਂ ਸੂਹੀ ਰਾਗਣੀ ਹੈ, ਇਹ ਸੰਗਿਆ ਰਾਗ ਹੈ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਰਾਗ ਸੂਹੀ ਤੇ ਅੱਗੇ ਹੈ ਸ਼ਬਦ ਜਿਹੜਾ ਛੰਤ। ਤੇ ਪ੍ਰਾਚੀਨ ਸਮੇਂ ਤੋਂ ਗੁਰੂ ਕਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਚਨਾ ਤੋਂ ਜਦੋਂ ਗੁਰਬਾਣੀ ਦੀ ਵਿਆਖਿਆ ਨੇ ਜਨਮ ਲਿਆ ਹੈ, ਉਸ ਵੇਲੇ ਤੋਂ ਪੰਥ ਖਾਲਸੇ ਵਿੱਚ ਇਹ ਮਰਜ਼ਾਦਾ ਚਲੀ ਆ ਰਹੀ ਹੈ ਕਿ ਕਿਸੇ ਵੀ ਅੱਖਰ ਦਾ ਅਰਥ ਨਹੀਂ ਰਹਿਣਾ ਚਾਹੀਦਾ। ਉਹਨੂੰ ਨਿਰਵਿਘਨ ਕਥਾ ਕਿਹਾ ਜਾਂਦਾ। ਸ਼ੰਤ ਸ਼ਬਦ ਹੈ ਤੇ ਇਹਦਾ ਅਰਥ ਜਿਹੜਾ ਪਹਿਲਾਂ ਆਪਾਂ ਸਮਝ ਲਈਏ। ਇਹਦੇ 2-3 ਅਰਥ ਬਣਦੇ ਆ। ਸ਼ੰਤ ਨਾਮ ਜਸ ਦਾ ਹੁੰਦਾ ਹੈ, ਤੇ ਤੀਸਰੇ ਪਾਤਸ਼ਾਹ ਨੇ ਵਾਹਿਗੁਰੂ ਦਾ ਜਸ ਜਿਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ। ਤੇ ਦੂਸਰਾ ਹੈ, ਕਿਉਂਕਿ ਮਹੱਲਾ ਤੀਜਾ ਆ ਗਿਆ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ। ਅੱਗੇ ਆ ਗਿਆ ਘਰ ਦੂਜਾ। ਘਰ ਦੂਜੇ ਦਾ ਮਤਲਬ ਹੈ ਇਹ ਰਾਗ ਦੇ ਸੁਰਤਾਲਾਂ ਦੀ ਗਿਣਤੀ ਹੈ। ਰਾਗੀ ਸਿੰਘਾਂ ਨੂੰ ਇਹ ਹਦਾਇਤ ਕੀਤੀ ਹੈ ਵੀ ਇਹਦਾ ਗਾਇਨ ਜਿਵੇਂ ਗੁਰੂ ਸਾਹਿਬ ਨੇ ਰਾਗ ਦੇ ਦੂਸਰੇ ਸੁਰਤਾਲ ਵਿੱਚ ਕੀਤਾ। ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਰਾਗ ਦੇ ਧਾਮ ਲਿਖੇ ਹੋਏ,
ਗੁਰੂ ਘਰ ਦੀ ਬੋਲੀ ਦੇ ਵਿੱਚ ਉਹਨਾਂ ਧਾਮਾਂ ਨੂੰ ਘਰ ਕਿਹਾ। ਤੇ ਦੂਸਰਾ ਪੱਖ ਇਹਦਾ ਹੈ ਸੰਤ ਦਾ, ਕਿ ਸੰਤ ਵਿੱਚ ਦੋ ਚੀਜ਼ਾਂ ਹੁੰਦੀਆਂ ਹਨ। ਇਹਦੇ ਵਿੱਚ ਸੰਗੀਤ ਦਾ ਵੀ ਪ੍ਰਭਾਵ ਹੁੰਦਾ ਹੈ ਔਰ ਰਾਗ ਦਾ ਵੀ ਪ੍ਰਭਾਵ ਹੁੰਦਾ ਹੈ। ਜਿੱਥੇ ਰਾਗ ਔਰ ਸੰਗੀਤ ਦੋਨੋਂ ਮਿਲਾ ਦਿੱਤੇ ਜਾਣ ਤੇ ਉਹਨੂੰ ਫਿਰ ਸੰਤ ਕਿਹਾ ਜਾਂਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਪਰਮੇਸ਼ਰ ਦੀ ਪੁਰੀ ਵਰਗੀ ਪੁਰੀ, ਕਿਉਂਕਿ ਪਰਮੇਸ਼ਰ ਦਾ ਹੀ ਸਰੂਪ ਹਨ। ਉਹ ਨਿਰਗੁਣ ਸਰੂਪ ਹੈ, ਸਰਗੁਣ ਸਰੂਪ। ਪੁਰੀ ਤਾਂ ਆਪ ਹੀ ਵਸਣੀ ਸੀ। ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ, ਜਥਿਆਂ ਦੇ ਜਥੇ ਬਣਾ ਕੇ ਮਹਾਰਾਜ ਸਾਹਿਬ ਜੀ ਉਹਨਾਂ ਦੀ ਬਿਰਤੀ ਸੰਸਾਰ ਵੱਲੋਂ ਤੋੜ ਕੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜੋੜਨ ਵਾਸਤੇ ਆਪ ਜੀ ਨੇ ਬੇਅੰਤ ਸ਼ਬਦ ਉਚਾਰਨ ਕੀਤੇ ਨੇ। 869 ਸ਼ਬਦ ਹੈ ਗੁਰੂ ਅਮਰਦਾਸ ਮਹਾਰਾਜ ਦੇ, ਤੇ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਸ਼ਬਦ ਹੈ ਜਿਹਦੀ ਕਥਾ ਅੱਜ ਆਰੰਭ ਹੋ ਰਹੀ ਹੈ। ਇਹ ਸੰਤਾਂ ਦੀ ਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਮੰਗਲ ਕਰਦੇ। ਮੰਗਲ ਸਰਵਣ ਕਰੋ, ਮੰਗਲ ਦੇ ਅਰਥ ਸਰਵਣ ਕਰੋ। ਹਾਂਜੀ ਬੋਲੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਵੱਧ ਬਾਰ ਆਉਣ ਵਾਲਾ ਮੰਗਲ ਇਹੀ ਹੈ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ 3 ਪ੍ਰਕਾਰ ਦੇ ਮੰਗਲ ਲਿਖੇ ਹੋਏ। ਵਸਤੂ ਨਿਰਦੇਸ਼ ਮੰਗਲ ਹੁੰਦਾ ਹੈ, ਨਮਸਕਾਰਾਤਮਕ ਮੰਗਲ ਹੁੰਦਾ ਹੈ, ਆਸ਼ੀਰਵਾਦ ਆਤਮਕ ਮੰਗਲ ਹੁੰਦਾ ਹੈ। ਪਰ ਗੁਰੂ ਘਰ ਦੇ ਬੇਟਿਆਂ ਨੇ ਇਹ ਸਿੱਧ ਕੀਤਾ ਗੁਰਬਾਣੀ ਅਨੁਸਾਰ। ਸ਼ਾਇਦ ਸਿੱਖ ਜਗਤ ਵਿੱਚ ਬੜੇ ਬੜੇ ਵਿਦਵਾਨ ਚਕਰਿਤ ਹੋ ਗਏ ਉਸ ਵੇਲੇ, ਜਿਸ ਵੇਲੇ ਕੰਸ਼ੀ ਦੇ ਪੰਡਤ, ਹਰਿਦੁਆਰ ਦੇ ਬਹੁਤ ਵੱਡੇ ਵੱਡੇ ਆਚਾਰੀਆ, ਉਹਨਾਂ ਦੇ ਸਾਹਮਣੇ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਵਿਦਿਆਰਥੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੀ, ਉਹਨਾਂ ਨੇ ਵਿਦਵਾਨਾਂ ਦੇ ਵਿੱਚ ਗੱਲ ਜਦੋਂ ਸਿੱਧ ਕੀਤੀ ਕਿ ਬਈ ਮੰਗਲ 4 ਕਿਸਮ ਦਾ ਹੁੰਦਾ। ਇਹ ਨਵੀਂ ਗੱਲ ਸੀ। ਵਿਦਵਾਨਾਂ ਦਾ ਖਿਆਲ ਸੀ ਵੀ ਕਹਿ ਤਾਂ ਦਿੱਤਾ, ਇਹਨੂੰ ਸਿੱਧ ਕਿਵੇਂ ਕਰਨਗੇ? ਵੇਦਾਂ ਸ਼ਾਸਤਰਾਂ ਵਿੱਚ ਇਹ ਲਿਖਿਆ ਹੋਇਆ। ਦਾਸ ਦੇ ਵਿਦਿਆ ਉਸਤਾਦ ਮਹਾਂਪੁਰਸ਼ ਇੱਕ ਵਾਰ ਕਥਾ ਕਰ ਰਹੇ ਸਨ, ਦਾਸ ਪਾਠ ਬੋਲ ਰਿਹਾ ਸੀ। ਉਸ ਵੇਲੇ ਮੰਗਲ ਆਇਆ। ਉਹ ਕਥਾ ਦਾ ਸ਼ਬਦ ਤਲੰਗ ਰਾਗ ਦੇ ਵਿੱਚ ਸੀ। ਸ਼ਾਇਦ ਸੰਸਕ੍ਰਿਤ ਦਾ ਡਬਲ ਐਵੇਂ ਮਹਾਂਪੁਰਸ਼ ਬੈਠਾ ਭੋਲਾ ਰਾਮ ਉਦਾਸੀਆਂ ਦੇ ਵਿੱਚ। ਉਹ ਹੁਣ ਸੰਸਕ੍ਰਿਤ ਅਨੁਸਾਰ ਕਹਿ ਕੇ ਹਟਿਆ ਸੀ ਵੀ 3 ਪ੍ਰਕਾਰ ਦਾ ਮੰਗਲ ਹੁੰਦਾ। ਉਸੇ ਸਟੇਜ ਦੇ ਉੱਤੇ ਮਹਾਂਪੁਰਸ਼ਾਂ ਨੇ 4 ਪ੍ਰਕਾਰ ਦਾ ਸਿੱਧ ਕਰਕੇ ਵਿਖਾ ਦਿੱਤਾ। ਕਲਪਨਾ ਨਹੀਂ ਕੀਤੀ, ਕੋਈ ਇੱਧਰ ਉੱਧਰ ਦੀਆਂ ਗੱਲਾਂ ਨੇ। ਗੁਰਬਾਣੀ ਦੇ ਸ਼ਬਦ ਦੁਆਰਾ ਸਿੱਧ ਕੀਤੀ। ਇਹ ਡੰਡੌਤ ਬੰਦਨ ਅਨਕਵਾਰ, ਸਰਬ ਕਲਾ ਸਮਰੱਥ, ਦੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਹਿੰਦੇ ਭਾਈ ਇਹਦੇ ਵਿੱਚ 4 ਪ੍ਰਕਾਰ ਦਾ ਮੰਗਲ ਲਿਖਿਆ। ਜੋ ਖੋਜੈ ਸੋ ਪਾਵੈ। ਗੁਰਬਾਣੀ ਸਮੁੰਦਰ ਹੈ, ਸ਼ਾਂਤ ਮਹਾਸਾਗਰ ਦੇ ਪਤਾ ਹੀ ਨਹੀਂ ਕਿੰਨੇ ਕਿ ਹੀਰੇ ਪੰਨੇ ਪਏ ਹੈ।
पर जिन्हें समुद्र के बाहरों बाहरों दर्शन किए उन्होंने थोड़ी हीरे मिल जाएंगे, जिन्हों ने हीरे लभे उन्होंने डुबना पिया समुद्र दे विच, समुद्र की तह तक गए, गोताखोर कहते हैं। गुरबाणी है समुद्र, जिन्हों की बिरती गोताखोर है ना, वो फिर उहदे विचों बहुत हीरे लभ लिया, महापुरखों ने भी लभ लिया। असल विच गुरबाणी की व्याख्या साडे वर्गिਆਂ ਦੇ वस की बात नहीं है। करी तो असीं जाने हैं सारे, मैं भी करी जाना, होर भी करी जाते हैं, अधिकार नहीं है साडे कोल, करोड़ों चों किसी एक कोल अधिकार। मैं अपने कोलों नहीं कहता, जो गुरबाणी चों पढ़िया है हुण तक महाराज ने कृपा की है भी 7 कथा जड़ियां गुरु ग्रंथ साहिब दियां संपूर्ण करा लिया महाराज ने। हुण मेरा ज़्यादा होर फुरना भी नहीं है, सो तो इसे दी जिथे संगतां चली हुंदी लड़ीवार कर लईदी है, पर जथे संगत दे विच 7वीं कथा की समाप्ति हो गई है। करोने दे विच होई कथा, तो इस करके भी उहदे विच पावन बचन है सतगुरां दा कि बाणी बिरलो विचार से। ये हुण ध्यान दिओ जी, सियाणे बैठे हो, बिरला सीधे सीधे नूं कहंदे ने, किते किते जिहड़ी चीज़ हो गई बहुते थां ना। बाणी बिरलो विचार से जे को गुरमुख, ये तो इशारा देता बाणी दी विचार कौन करे, गुरमुख। हुण सानू गुरबाणी चों लभना पिया गुरमुख कौन हुंदा है, किहनूं गुरु साहिब गुरु सत्कार लई तुसीं मैनूं कह दो आओ जी गुरमुख जी, मैं तुहानूं कह देना आओ जी गुरमुख। ना मैं गुरमुख बन लगे कहण दे नाल तुसीं बन लगे। गुरमुख की अवस्था है। जदों चंदन कवि हारिया गुरु गोबिंद सिंह साहिब महाराज दे घोड़ियां दी लिद चकण वाले धन्ना सिंह तो उन्हें पूछा, महाराज ये गूढ़ रहस्य की? एक मैले जले कपड़ियां वाला देखण नूं दलिदरी लगता है, घोड़ियां दी लिद चकण वाला है, घोड़ियां दा खरखरा करन वाला है, घाह पाउण वाला है, ते मैं हिंदुस्तान दा मन्निया होया कवि सी ते मैनूं हरा के रख दित्ता। महाराज कहंदे चंदन इहदा लिबास तां देखिया यह गुरमुख है, इहदी अवस्था गुरमुखां वाली हो गई। आखिर जी गुरमुखां दी अवस्था की हुंदी है? महाराज कहंदे इहदे शरीर नूं कंन ला के सुन लै, तैनूं लग जू पता। जद भाई धन्ना सिंह दे जिसम दे नाल कंन ला के उहने की वेख्या भी कोई रोम ऐसा है ही नहीं जिहदे चों वाहिगुरू शब्द की धुन नहीं आ रही। जबान बंद है, एक दो जी बहुत लख होए, लख होए लख 20, लख लख गेड़ा आखिया एक नाम जगदी। सारे रोमां थे किथे एक जुबान वाला नाम जप रहा, ते किथे 3.5 करोड़ रोमन साढ़े जिस्म दे। एक 3.5 करोड़ बार नाम जप रहा है, एक बार वाहिगुरू कहंदा की मुकाबला है। यह है गुरमुखां दी अवस्था। इहो जिहे होर भी बहुत प्रमाण मिल सकते, आपां लड़ीवार दा कथा दा आनंद मानना है। बस हुणे मुड़ दे विच ही थोड़ा जिहा विस्तार अपने आप ही हो रहा, मैं तां नहीं सी सोचिया है, क्योंकि ये मर्यादा है भी जे संतां दी बाणी होवे तां संत पूरे दी कथा करन, अष्टपदी दी होवे 8 पदां दी इक्को दिन करनी, मारू सोलहे नाम की बाणी होवे 16 पदां की इक्को दिन करनी। संघिया 16 है पर शब्द घट वध भी, ये हैगी मर्यादा। बाकी हुण पुछण वाला तो किसी नूं है नहीं कोई। एक एक पौड़ियां दी 8-8 दिन 8 पदी कथा होई जांदी है। आ थोड़ी इत्थे स्टेज ते हुंदी देखी है। ते मैं एक ज्ञानी सिंह नूं थोड़े इत्थे कथा करदा सी, पुछया मैं भाई साहब जी एक गल, मैं कहा भी स्टेज ते तां नहीं सी कहण वाली, मैं तुहानूं पुछदा तुसीं करके आए हो कथा, बार दे विचों कथा सी, सलोक महला ते पौड़ी, तुसीं करी 3 दिन कथा है, एक दिन सलोक दी, एक दिन महले दी, एक दिन पौड़ी दी। भी जदों ये हुक्मनामा आउंदा है भी वो भी 3 दिन चले ने, आपां ये सलोक अज पढ़ लो, महला कर लो, पौड़ी परसों,
कहता इन्ने मैं फिर मर्यादा नहीं है। ਜਿਹੜੀ ਰੀਤ ਨਾਲ ਹੁਕਮਨਾਮਾ ਲੈ ਹੁੰਦਾ ਕਥਾ ਵੀ ਉਸੇ ਰੀਤ ਨਾਲ ਹੁੰਦੀ। ਇਹ ਤਾਂ ਗੁਰਮਤਿ ਮਰਿਆਦਾ ਕਿਸੇ ਦੀ ਆਪਣੀ ਮਰਿਆਦਾ ਥੋੜੀ ਬਣਾਈ। ਐਂ ਤਾਂ ਕੱਲ ਨੂੰ ਕੋਈ ਹੋਰ ਨਵਾਂ ਪੜਾਕੂ ਜੰਮੂਗਾ, ਇੱਕ ਤੁਕ ਪੜ ਲਿਆ ਕਰੂਗਾ, ਇੱਕ ਅਗਲੇ ਦਿਨ ਸੀ, ਇਉਂ ਨਹੀਂ ਹੈ। ਜਾਂ ਲੜੀਵਾਰ ਕਥਾ ਨਾ ਕਰੋ, ਜਾਂ ਫਿਰ ਪ੍ਰਬੰਧਕ ਵੀ ਧਿਆਨ ਦੇਣ, ਮਰਿਆਦਾ ਕਾਇਮ ਰੱਖੋ। ਸੋ ਇਸ ਕਰਕੇ ਸ਼ੰਤ ਪੂਰਾ ਕਰਨਾ ਹੈ ਆਪਾਂ ਨੇ, ਗੁਰੂ ਕਿਰਪਾ ਕਰੇ। ਤੋ ਇਸ ਪ੍ਰਕਾਰ ਹੈ। महाराज जी कहते हैं गुरमुख रोम रोम हर ध्यावे। जिहदे 3.5 करोड़ जिस्म दे रोम नाम जपण लग जाण, ओदी पदवी है गुरमुख दी। ते फिर ओनू कहा है बाणी बिरलो विचार सी जे को गुरमुख। ये सौखी जी खेल। ਹੁਣ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਅਵਸਥਾ ਡਾਕਟਰ ਦੀਵਾਨ ਸਿੰਘ ਜੀ ਸਿਵਲ ਸਰਜਨ ਡਾਕਟਰ ਲੁਧਿਆਣੇ ਵਾਲਾ, ਜਿਹੜਾ ਲਿਖਤ ਪੜ੍ਹਦੀ ਜਾਏਗਾ ਵੀ ਡਾਕਟਰ ਸਾਹਿਬ ਨੇ ਰੋਮਾਂ ਚੋਂ ਸੁਣੀ ਆਵਾਜ਼। ਇਹ ਤਾਂ ਡਾਕਟਰ ਦੀ ਜੀਵਨ ਚ ਲਿਖੀ ਹੈਗਾ। ਸੋ ਇਸ ਕਰਕੇ ਹੈ ਭਾਈ, ਉਹ ਫਿਰ ਤਾਂ ਵੱਡੇ ਵੱਡੇ ਵਿਦਵਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਲੋਹਾ ਮੰਨਦੇ ਸੀ। ਐਡੇ ਐਡੇ महापुरख उन्होंने विद्यार्थी होए। ऐसे गुरमुखा ये तो भाई है उन्होंने करन दा करत भी जी दी इन्नी कमाई होवे। पर हुण जे आपां कहिए भी वो अवस्था बने ना कथा ही बंद हो जाए, वो भी तो घाटे वाली गल है। फिर एक तरीका दस्या महापुरखा ने भी कथा करन वाला वो इस ढंग नाल करे कि बई ये महाराज वालों उपदेश है, मैं भी तुहाडी तरह सुनने वाला ते तुसीं भी सुनने वाले हो। इत्थे का के गल निबड़ सकती है, ताकि कथा भी हुंदी रहे ते बंदा कथा करन वाला हंकार दे विच लिबड़े भी ना, हौमे दी गर्द तो बचिया भी रहे। तो इस करके है भी ये मंगल 4 प्रकार दा डंडौत बंधन अनकबार, इहदे विच हो गया नमस्कारात्मक मंगल, एक तुक जी। सर्व कला समर्थ ये हो गया वस्तु निर्देशक मंगल। डोलन ते राखो प्रभु ये हो गया आशीर्वादात्मक मंगल। नानक दे कर हथ, हथ तो हथ हुंदा ही ते कर नूं भी हथी कहंदे ने। हथ दो हुंदे ने, जिवें दोनां हत्थां नूं हथ दे उत्ते हथ रख लईए, हथ एक दूजे दे नेड़े हो जांदे ने। कहते अपनी आत्मा नूं परमात्मा दा रूप जान के जिहड़ा चिंतन करना, इहनूं आत्म चिंतन मंगल कहते हैं गुरु साहब जी। इस श्लोक दे विच 4 प्रकार दे मंगल लिखे। यह है वस्तु निर्देशक मंगल जिहड़ा आप जी ने सुने। एक अद्विती ओंकार सर्ब का प्रकाश, सतनास तो रहत गुरचेतन प्रसाद आनंद स्वरूप। असल दे विच गुरबाणी की कथा बंदगी है। बंदगी भी वो है जिहड़ी भोरियां च बह के कला बंदा कामयाब नहीं हो सकता, संगत च बह के कथा सुनदा होया कथा करदा होया कामयाब हो जाता है। साध संगत भी तो गुफा है, भाई गुरदास ने गुफा मन्निया। सो इस करके दूसरा गिनती के हिसाब से जाइए तो फिर 4 प्रकार दे मंगल मूल मंत्र चों ही बनाए हुए महाराज ने। मूल मंत्र तो एक ओंकार तो नानक होसी पी सच तक हो गया। इहदे विच मंगल बनाए 4। एक मंगल है एक ओंकार सतगुर प्रसाद, यह 524 बार आऊगा बार बार। जिमें हुण इत्थे आ गया ना एक बार 524 बार सारे श्लोक च पिछे आ लिया, कुछ अगे है। ये खुद गिनती करके मैं कह रहा, मैं किसी की गिनती ते विश्वास नहीं रखता, क्योंकि ग्रंथां च कई जगह गलत लिखा होया देखा है। तो हुण तां कंप्यूटर का युग है, तुसीं माड़ा जिहा ठोला मार के कंप्यूटर ते आप कढ लो, तुहानूं पता लग जूगा भी एक ओंकार सतगुर प्रसाद ये वाकई 524 बार आउंदा। ये सानू तो बार बार फिर पूरा किहड़े अंग दे उत्ते किहड़े राग दे मूहरे कित्थे पिछे, क्योंकि सटीक च लिखना सी ना, इस करके इहदे ते मेहनत करनी पई। दूसरा मंगल है इदों घट वार आउण वाला, वो आउंदा
ਅਸਲ ਤਾਂ 32 ਵਾਰ ਆਉਂਦਾ ਹੈ, ਪਰ 33 ਵਾਰ ਇਸ ਕਰਕੇ ਕਿਹਾ ਜਾਂਦਾ ਹੈ ਵੀ ਉਹ ਮੂਲ ਮੰਤਰ ਦੇ ਵਿੱਚ, ਤੇ ਜਿਹੜਾ ਮੂਲ ਮੰਤਰ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਗਿਣਤੀ ਨੂੰ ਉਧਰ ਦੂਜੇ ਪਾਸੇ ਲਾ ਲੈਂਦੇ, 33 ਵਾਰ ਹੋ ਗਿਆ। ਮੂਲ ਮੰਤਰ ਦੀ ਗਿਣਤੀ ਵੱਖਰੀ ਕੱਢ ਲਈ ਤਾਂ 32 ਵਾਰ ਰਹਿ ਗਿਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇਹ 33 ਵਾਰ ਮੂਲ ਮੰਤਰ ਦੇ ਸਮੇਤ। ਇਸ ਤੋਂ ਅੱਗੇ ਹੈ ਮੂਲ ਮੰਤਰ ਦੇ ਵਿੱਚੋਂ ਹੀ ਮੰਗਲ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰ ਹੁੰਦਾ ਹੈ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਇਹ ਸਿਰਫ 2 ਵਾਰ ਹੁੰਦਾ ਹੈ। 568 ਵਾਰ ਕੇਵਲ ਮੰਗਲ ਮੰਗਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਮੰਗਲ ਵਿਘਨਾਂ ਨੂੰ ਚੱਕਣ ਵਾਲੀ ਸ਼ਕਤੀ ਦਾ ਨਾਮ ਮੰਗਲ ਹੈ। ਜੋ ਵਿਘਨ ਪੈਂਦਾ ਉਹ ਸ਼ੋਕ ਪੈਦਾ ਹੁੰਦਾ ਹੈ, ਗਮ ਪੈਦਾ ਹੁੰਦਾ ਹੈ, ਮੇਰੇ ਕੰਮ 'ਚ ਰੁਕਾਵਟ ਕਿਉਂ ਪੈ ਗਈ, ਤੇ ਰੁਕਾਵਟ ਨਾ ਹੋਵੇ ਖੁਸ਼ੀ ਹੁੰਦੀ ਹੈ। ਇਸ ਕਰਕੇ ਮੰਗਲ ਨਾਮ ਖੁਸ਼ੀ ਦਾ ਹੈ, ਜਿਹੜੀ ਪਰਮਾਤਮਾ ਦੀ ਉਹ ਸ਼ਕਤੀ ਦਾ ਆਵਾਹਨ ਕੀਤਾ ਹੈ ਕਿ ਵਿਘਨ ਨਾ ਪਵੇ ਸਰੋਤਿਆਂ ਨੂੰ ਸੁਣਨ ਵਿੱਚ। ਬਾਣੀ ਉਚਾਰਨ ਕਰਨ ਵਾਲੇ ਮਹਾਰਾਜ ਸਾਹਿਬ ਜੀ ਨਿਮਰਤਾ ਜਣਾਉਂਦੇ ਨੇ, ਇਸ ਕਰਕੇ ਇਹ ਮੰਗਲ ਕੀਤਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਕਿਹਾ, ਇਹ ਗੁਰੂ ਕੇ ਪਿਆਰੇ ਹੋ ਗੁਰਸਿੱਖੋ, ਜੇ ਤੁਸੀਂ 2 ਚੀਜ਼ਾਂ ਚਾਹੁੰਦੇ ਹੋ, ਤੇ ਇੱਕ ਤਾਂ ਤੁਸੀਂ ਚਾਹੁੰਦੇ ਹੋ ਵੀ ਸਾਡਾ ਜਸ ਹੋਵੇ। ਦੇਖੋ ਦੁਨੀਆ ਦੇ ਵਿੱਚ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਅਪਮਾਨ ਤਾਂ ਕੋਈ ਵੀ ਨਹੀਂ ਚਾਹੁੰਦਾ, ਸਤਿਕਾਰ ਤਾਂ ਸਾਰੇ ਚਾਹੁੰਦੇ ਹਨ। ਤੇ ਦੂਸਰਾ ਸੁੱਖ, ਦੁੱਖ ਕੋਈ ਨਹੀਂ ਚਾਹੁੰਦਾ, ਸਾਰੇ ਸੁੱਖ ਚਾਹੁੰਦੇ। ਮਾਰੇ ਕਹਿੰਦੇ ਜੇ 2 ਹੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ, ਸੁੱਖ ਚਾਹੀਦਾ ਹੈ ਤੇ ਜਸ ਚਾਹੀਦਾ ਹੈ, ਤਾਂ ਫਿਰ ਗੁਰੂ ਨਾਨਕ ਦੇ ਘਰ ਦੇ ਵਿੱਚ ਬੜਾ ਸਿੱਧਾ ਜਿਹਾ ਫਾਰਮੂਲਾ ਹੈ ਇਸ ਦਾ। ਉਹ ਅੱਗੇ ਮਹਾਰਾਜ ਦੱਸਦੇ ਨੇ, ਗੋਇੰਦਵਾਲ ਸਾਹਿਬ ਬੈਠੇ, ਸੁਖ ਸੋਹਿਲੜਾ ਹਰ ਧਿਆਵੋ। ਸੁਖ ਅਤੇ ਸੋਹਿਲਾ, ਸੋਹਿਲਾ ਨਾਮ ਆਨੰਦ ਹੋ ਗਿਆ, ਸੋਹਿਲੜਾ ਨਾਮ ਜਸ ਦਾ ਹੋ ਗਿਆ। ਕਹਿੰਦਾ ਫਲਾਣਾ ਫਲਾਣੇ ਦੇ ਸੋਹਲੇ ਇੱਕ ਵਾਰ ਹੈ, ਸੋਹਲਾ ਨਾਮ ਜਸ ਦਾ ਹੋ ਗਿਆ। ਕਈ ਅਰਥ ਹੁੰਦੇ ਨੇ ਇੱਕ ਪਦ ਦੇ, ਇੱਕ ਸੁਖ ਤੇ ਦੂਸਰਾ ਜਸ। ਅਗਰ ਤੁਹਾਨੂੰ ਦੋਨੋਂ ਹੀ ਚਾਹੀਦੇ ਹਨ ਤਾਂ ਫਿਰ ਹਰ ਧਿਆਵੋ। ਹਰ ਕੋ ਨਾਮ ਸਦਾ ਸੁਖਦਾਈ। ਇਹ ਪਰਮੇਸ਼ਰ ਦਾ ਜਸ ਕਰਨ ਵਾਲੇ ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬ ਜੀ ਪੂਰੀ ਦੁਨੀਆ 'ਚ ਨਹੀਂ ਪ੍ਰਗਟ ਹੋਏ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਜਸ ਹੋਏਗਾ। ਤੇ ਇਸ ਪ੍ਰਕਾਰ ਕਹਿੰਦੇ ਹਨ ਜੀ, ਗੁਰਮੁਖ ਹਰ ਫਲ ਪਾਵੋ। ਮੁਖੀ ਗੁਰੂ ਸਾਹਿਬ ਦੁਆਰਾ ਫਿਰ ਤੁਸੀਂ ਹਰੀ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰਕੇ ਇਹ ਤੁਹਾਨੂੰ ਇੱਕ ਫਿਰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਏਗਾ, ਮੋਕਸ਼ ਨੂੰ ਪ੍ਰਾਪਤ ਹੋਣ ਦਾ ਫਲ ਮਿਲ ਜਾਏਗਾ। ਇਹਦਾ ਫਲ ਦੱਸਿਆ, ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਨੁੱਖ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਉਹਦੇ ਫਲ ਤੇ ਹੀ ਜਾਂਦੀ ਹੈ ਵੀ ਇਹਦਾ ਲਾਭ ਕੀ ਹੋ। ਮਾਰੇ ਕਹਿੰਦੇ ਭਾਈ ਜੰਮਣ ਮਰਨ ਤੋਂ ਰਹਿਤ ਹੋ ਜਾਓਗੇ। ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਇਹ ਸ਼ਬਦ ਦਾ ਉਲਾਲਾ ਕਿਹਾ ਜਾਂਦਾ ਹੁੰਦਾ ਵੀ ਉਹਨੇ ਤੁਕਾਂ ਨੂੰ ਦੁਆਰੇ ਫੇਰ ਲੈ ਲੈਣਾ, ਇਹ ਸ਼ਬਦ ਦਾ ਉਲਾਲਾ। ਤੇ ਮਹਾਰਾਜ ਫੇਰ ਕਹਿੰਦੇ ਗੁਰਮੁਖ ਫਲ ਪਾਵੋ, ਮੁਖੀ ਗੁਰੂ ਸਾਹਿਬ ਦੁਆਰਾ ਤੇ ਮੁਕਤੀ ਰੂਪੀ ਫਲ ਪ੍ਰਾਪਤ ਕਰ ਲਵੋਗੇ। ਹਰ ਨਾਮ ਧਿਆਵੋ। ਪਰ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਣਾ ਕਰੋ ਜੀ। ਜਨਮ ਜਨਮ ਕੇ ਦੁੱਖ ਨਿਵਾਰੇ। ਜੰਮਣ ਤੇ ਮਰਨ ਦਾ ਇਹ ਜਿਹੜਾ ਦੁੱਖ ਹੈ ਨਾ, ਇਹ ਜਨਮਾਂ ਜਨਮਾਂਤਰਾਂ ਦਾ। ਜਨਮ ਜਨਮ ਕੇ ਹਰੇਕ ਜਨਮ ਦੇ ਵਿੱਚ ਦੁੱਖ ਨੇ ਖਹਿੜਾ ਨਹੀਂ ਛੱਡਿਆ। ਪਸ਼ੂ ਪੰਛੀ ਕੀੜੇ ਮਕੌੜੇ ਸਭ ਦੁੱਖਾਂ ਦੇ ਘੇਰੇ 'ਚ ਨੇ। ਅਗਿਆਨ ਜਨੇ ਦੁੱਖ ਸਭ ਨੂੰ ਤੰਗ ਕਰ ਰਿਹਾ ਹੈ। ਇਸ ਕਰਕੇ ਜਨਮਾਂ ਜਨਮਾਤਰਾਂ ਦੇ ਜਿਹੜੇ ਦੁੱਖ ਨੇ ਨਾ, ਇਹ ਮਿਟ ਜਾਣਗੇ, ਨਿਵਰਤ ਹੋ ਜਾਣਗੇ। ਸੁਣਿਆ ਦੁੱਖ ਪਾਪ ਕਾ ਨਾਸ।
ਪਾਪ ਕਰਮ ਦਾ ਫਲ ਦੁੱਖ ਰੂਪ ਵਿੱਚ ਮਿਲਦਾ ਹੈ। ਛੋਟਾ ਪਾਪ ਕੀਤਾ ਹੋਵੇ ਛੋਟਾ ਦੁੱਖ ਮਿਲਦਾ, ਵੱਡਾ ਪਾਪ ਕੀਤਾ ਹੋਵੇ ਵੱਡਾ ਮਿਲਦਾ। ਇੱਕ ਜਨਮ ਦੇ ਪਾਪ ਕਰਮ ਅਗਲਿਆਂ ਜਨਮਾਂ ਦੇ ਵਿੱਚ, ਜਿਵੇਂ ਜਿਹੜੀ ਫਸਲ ਹੁਣ ਬੀਜੀ ਆ 6 ਮਹੀਨੇ ਤਾਂ ਲੱਗਣਗੇ ਉਦੋਂ ਪੈਦਾ ਹੋ ਕੇ, ਪਰ ਮਨੁੱਖ ਇੰਨਾ ਕਾਹਲਾ ਹੈ, ਕਹਿੰਦਾ ਮੈਂ ਗੁਰਦੁਆਰੇ ਜਾਣਾ, ਮੈਂ ਦਾਨ ਕਰਦਾ, ਇਹ ਮੈਨੂੰ ਤਾਂ ਬੁਖਾਰ ਵੀ ਕਿਉਂ ਚੜ ਗਿਆ, ਇਹ ਗਵਾਂਢੀ ਨੂੰ ਚੜ੍ਹਨਾ ਚਾਹੀਦਾ ਸੀ ਜਿਹੜਾ ਗੁਰਦੁਆਰੇ ਨਹੀਂ ਜਾਂਦਾ। ਇਹ ਕਿਹੜੇ ਕਾਇਦੇ ਦੀ ਗੱਲ ਹੈ? ਇਹ ਤਾਂ ਕੋਈ ਨਿਆਂ ਦੀ ਬਾਤ ਨਹੀਂ। ਜਨਮਾਂ ਜਨਮਾਤਰਾਂ ਦੇ ਸਜਣਾ ਕਰਮ ਕੀਤੇ ਨੇ, ਕਰਮੀ ਆਵੇ ਕੱਪੜਾ। ਕਦੇ ਗੁਰੂ ਨਾਨਕ ਦੀ ਗੱਲ ਤਾਂ ਸੁਣ ਲੈ ਧਿਆਨ ਨਾਲ। ਇਹ ਤਾਣਾ ਪੇਟਾ 2 ਤਰ੍ਹਾਂ ਦਾ ਸੂਤ ਹੁੰਦਾ ਜਿਹਦੇ ਨਾਲ ਕੱਪੜਾ ਬਣਦਾ ਹੈ। ਇਹ ਦੁੱਖ ਤੇ ਸੁੱਖ ਦੋਨੇ ਜਿਹੜੇ ਨਾ ਪਾਪ ਬਣਦਾ ਤਾਣਾ ਪੇਟਾ ਹੈ ਇਹਨਾਂ ਦੇ ਵਿੱਚ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਆ ਕਿ ਫਿਰ ਜਨਮ ਜਨਮਾਤਰਾਂ ਦੇ ਦੁੱਖ ਤੇਰੇ ਨਿਵਰਤ ਹੋ ਜਾਣਗੇ ਜੇ ਤੂੰ ਸਿਮਰਨ ਕਰੇਗਾ। ਬਲਹਾਰੀ ਗੁਰ ਆਪਣੇ ਵਿਟੋ, ਮੈਂ ਆਪਣੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ। ਜਨ ਕਾਰਜ ਸਭ ਸਵਾਰੇ, ਜਿਸ ਗੁਰੂ ਨੇ ਪਰਮੇਸ਼ਰ ਦੇ ਮਿਲਾਪ ਦਾ ਕਾਰਜ ਸਭ ਤੋਂ ਵੱਡਾ ਸੀ ਉਹ ਸਵਾਰ ਦਿੱਤਾ। ਜਿਸ ਗੁਰੂ ਨੇ ਮੁਕਤੀ ਦਾ ਕਾਰਜ ਸਭ ਤੋਂ ਵੱਡਾ ਸੀ, ਮਨੁੱਖੀ ਜਾਮੇ ਵਿੱਚ ਆਉਣ ਦਾ ਮੁੱਖ ਮੰਤਵ ਇਹੀ ਹੈ ਕਿ ਮੋਕਸ਼ ਨੂੰ ਪ੍ਰਾਪਤ ਹੋ ਜਾਈਏ। ਇਹ ਕਾਰਜ ਸਵਾਰ ਦਿੱਤਾ, ਵਿਗੜਿਆ ਨਹੀਂ। ਗੁਰਮੁਖ ਜਾਨੋ ਸਵਾਰ ਦਰਗਹਿ ਚਲਿਆ, ਸਿਵਰ ਗਿਆ ਹੈ ਕਾਰਜ। ਸਤਿਗੁਰ ਤੁਮਰੇ ਕਾਜ ਸਵਾਰੇ, ਮੁਕਤੀ ਰੂਪੀ ਕਾਰਜ। ਛੇ ਪ੍ਰਤੱਖ ਵੀ ਘਰਾਂ ਦੇ ਜਿਹੜੇ ਭਾਈ ਨਿੱਕੇ ਮੋਟੇ ਕੰਮ ਨੇ, ਇਹ ਤਾਂ ਮਾਮੂਲੀ ਗੱਲਾਂ ਨੇ, ਇਹ ਵੀ ਸਵਰ ਜਾਂਦੇ ਨੇ। ਗੁਰੂ ਸਮਰੱਥ ਹੈ, ਹਰ ਪ੍ਰਭ ਕਿਰਪਾ ਕਰੇ। ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਦਾ ਹੈ, ਹਰ ਜਾਪੋ ਸੁਖ ਫਲ ਹਰ ਜਨ ਪਾਵੋ। ਪਰਮੇਸ਼ਰ ਦੇ ਜਾਪ ਵਿੱਚ ਭਾਈ ਸੁਖ ਹੈ। ਮਹਾਰਾਜ ਕਹਿੰਦੇ ਇਸ ਕਰਕੇ ਜਪਣਾ ਕਰੋ, ਜਿਹਨੂੰ ਜਪੋਗੇ ਉਹਨੇ ਸੁਖ ਪ੍ਰਾਪਤ ਹੋਏਗਾ। ਸੁਖਾਂ ਦਾ ਫਲ ਬ੍ਰਹਮ ਗਿਆਨ ਹੈ, ਇਹ ਪ੍ਰਾਪਤ ਹੋ ਜਾਵੇਗਾ। ਨਾਨਕ ਕਹੇ ਸੁਣੋ ਜਨ ਭਾਈ। ਇਸ ਕਰਕੇ ਹਰ ਜਨ, ਜਨ ਦਾਸ, ਇਹ ਰਹਿ ਗਿਆ ਸੀ ਮੇਰੇ ਕੋਲ ਜੀ। ਹਰ ਜਨ ਹਰੀ ਦੇ ਦਾਸ ਬਣ ਕੇ ਇਹ ਸੁਖ ਫਲ ਭਾਲ ਹੋਵੇ। ਹਾਂਜੀ ਹੁਣ ਬੋਲੋ ਨਾਨਕ। ਨਾਨਕ ਕਹੇ ਸੁਣੋ ਜਨ ਭਾਈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ, ਪਰ ਸ਼ਬਦ ਨਾਨਕ ਹੈ। ਇਹ ਗੱਦੀਵਾਚਕ ਸ਼ਬਦ ਹੈ ਜੀ, ਕਿਉਂਕਿ ਮੋਹਰ ਨਾਨਕ ਦੀ ਉਹ ਲੱਗਣੀ। ਗੁਰਤਾ ਗੱਦੀ ਤੇ ਤੀਸਰੇ ਪਾਤਸ਼ਾਹ, ਪਰ ਇਹ ਗੁਰੂ ਨਾਨਕ ਦਾ ਸਰੂਪ ਨਾ, ਕਿਉਂਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਹਿਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰਕਿਓ। ਸੋ ਇਸ ਕਰਕੇ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਨਾਨਕ ਗੱਦੀਵਾਚ ਸ਼ਬਦ ਹੈ। ਨਾਨਕ ਕਹੇ ਸੁਣੋ ਜਨ ਭਾਈ। ਇਹ ਭਾਈ ਜਨੋ ਸੁਣੋ ਤੁਸੀਂ। ਸੁਖ ਸੁਹਰੜਾ ਹਰ ਧਿਆਵੋ। ਸੁਖ ਤੇ ਸ਼ੋਭਾ ਆਨੰਦ ਦੇਣ ਵਾਲਾ ਹਰੀ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਚਿੰਤਨ ਕਰੋ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ। ਤੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਸੁਣ ਕੇ ਉਹਦੇ 'ਚ ਮਨ ਭੀਨੇ ਭਿੱਜ ਜਾਏ ਪ੍ਰੇਮ ਰਸ ਵਿੱਚ। ਗੁਰਮਤਿ ਸਹਿਜੇ ਨਾਮ ਧਿਆਏ। ਗੁਰਮੁਖਾਂ ਨੇ ਜਿਹਨੂੰ ਗੁਰੂ ਦੀ ਮੱਤ ਅਨੁਸਾਰ ਸੁਤੇ ਸਿੱਧੀ ਨਾਮ ਜਪਿਆ ਹੈ, ਧਿਆਇਆ ਹੈ। ਜਿਨ ਕੋ ਧੁਰ ਲਿਖੋ ਤਿਨ, ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ। ਜਿਨ੍ਹਾਂ ਨੂੰ ਧੁਰਾਂ ਤੋਂ ਆਦੋਂ, ਧੁਰ ਤੋਂ ਕਹੇ ਜਦੋਂ ਸਰੀਰ ਅਜੇ ਮਿਲਿਆ ਨਹੀਂ ਸੀ, ਆਪਾਂ ਪ੍ਰਲਬਧ ਬਣੀ। ਪ੍ਰਲਬਧ ਦੇ ਵਿੱਚ ਲਿਖਿਆ ਗਿਆ, ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀ ਅੜੇ ਪਾਸ। ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜ। ਇਸ ਪ੍ਰਕਾਰ ਫਿਰ ਗੁਰੂ ਭਾਈ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਉਹ ਕਰਮ ਕਿਵੇਂ ਬਣਦਾ ਹੈ। ਨਿਸ਼ਕਾਮ ਕਰਮ ਕੀਤਾ, ਉਹ ਨਿਸ਼ਕਾਮ ਕਰਮ ਦਾ ਪ੍ਰੇਰਿਆ ਹੋਇਆ ਈਸ਼ਵਰ ਉਹਨੇ ਫਿਰ ਲੇਖ ਲਿਖ ਦਿੱਤਾ, ਲੈ ਵੀ ਹੁਣ ਤੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ। ਤੋ ਇਸ ਕਰਕੇ ਫਿਰ ਉਹਨਾਂ ਨੂੰ ਮਿਲਿਆ ਹੈ, ਤੇ ਜਿਨ੍ਹਾਂ ਦੇ ਧੁਰਾਂ ਤੋਂ ਇਹ ਲੇਖ ਲਿਖੇ ਹੋਏ ਸਨ। ਤਿਨ ਜਨਮ ਮਰਨ ਪਾਉ ਭਾਗਾ। ਉਹਨਾਂ ਦੇ ਜੰਮਣ ਤੇ ਮਰਨ ਦਾ
ਹੁਣ ਇਹ ਦੋ ਅੱਖਰ ਨੇ, ਭੱਬਾ ਤੇ ਨਾਲ ਹੈਗਾ ਊੜਾ। ਭੱਬੇ ਨੂੰ ਜੇ ਤਾਂ ਕੰਨਾ ਲੱਗ ਜਾਏ ਫਿਰ ਇਹ ਪ੍ਰੇਮ ਦਾ ਵਾਚਕ ਸ਼ਬਦ ਬਣ ਜਾਂਦਾ। ਜੇ ਕੰਨੇ ਤੋਂ ਬਿਨਾ ਹੋਵੇ ਫਿਰ ਡਰ ਦਾ ਵਾਚਕ ਅੱਖਰ ਹੋਈ ਨਹੀਂ। ਮਾਤਰਾ ਦੇ ਨਾਲ ਜਿੱਥੇ ਇਹਦੀ ਆਵਾਜ਼ ਬਦਲਦੀ ਉੱਥੇ ਅਰਥ ਵੀ ਬਦਲਦਾ। ਇਸ ਕਰਕੇ ਉਹ ਜਿਹੜਾ ਪਾਠਕ ਨੂੰ ਇਸੇ ਕਰਕੇ ਮਹਾਰਾਜ ਸਾਹਿਬ ਜੀ ਨੇ ਨਿਯਮ ਬਣਾਇਆ। ਅਨੰਦਪੁਰ ਸਾਹਿਬ ਕਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਮਹਾਰਾਜ ਕਹਿੰਦੇ ਸਿੱਖੋ ਸੁਣੋ ਸੀਖ ਇਹ ਮੇਰੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੈ ਸਿੱਖੋ ਮੇਰੀ ਇੱਕ ਸਿੱਖਿਆ ਸੁਣ ਲਓ। ਸਿੱਖੋ ਸੁਣੋ ਸੀਖ ਮੇਰੀ ਬਾਣੀ ਪੜੋ ਸੁਧ ਗੁਰ ਕੀ, ਪੜੇ ਮਹਾਤਮ ਲਹੇ ਮਹਾਨ। ਲਗਾ ਮਾਤਰਾ ਜਿਹੜੀਆਂ ਨਾ ਇਹਨਾਂ ਦਾ ਧਿਆਨ ਰੱਖ ਕੇ ਉਚਾਰਨ ਕਰਨਾ ਹੈ। ਇਹ ਵਾਧੂ ਨਹੀਂ ਲਾਈਆਂ ਹੋਈਆਂ। ਤੇ ਇਸ ਕਰਕੇ ਪਹਿਲਾ ਹੈ ਪਾਠ ਬੋਧ, ਦੂਜਾ ਅਰਥ ਬੋਧ, ਤੀਸਰਾ ਆਤਮਾ ਦਾ ਬੋਧ। ਸੁਧ ਪਾਠ ਤੇ ਅਰਥ ਸੁਧ, ਸੁਧ ਅਰਥ ਸੁਧ ਬੋਧ। ਸੁਧ ਬੋਧ ਜਦੋਂ ਸੁਧ ਬੋਧ ਹੋ ਗਿਆ, ਵਿਗਿਆਨ ਸੁਧ, ਬੋਧ ਅਬੋਧ ਸੁਬੋਧ। ਐਸਾ ਇੱਕ ਛੋਟੇ ਜਿਹੇ ਸੂਤਰ ਚ ਲਿਖਿਆ ਹੋਇਆ। ਸੋ ਇਉਂ ਹੈ। ਤੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਬਈ ਭਉ ਡਰ ਦਾ ਵਾਚਕ ਬਣ ਗਿਆ ਹੈ। ਉਹਨਾਂ ਦਾ ਜੰਮਣ ਤੇ ਮਰਨ ਦਾ ਡਰ ਜਿਹੜਾ ਸੀ ਇਹ ਭਾਗਾ। ਇਹ 7 ਪ੍ਰਕਾਰ ਦਾ ਡਰ ਹੈ, ਗ੍ਰੰਥਾਂ 'ਚ ਲਿਖਿਆ ਹੋਇਆ। ਜਿਹੜਾ ਭਰਮ ਹੈ ਇਹ 5 ਪ੍ਰਕਾਰ ਦਾ ਹੈ, ਜਿਹੜਾ ਡਰ ਹੈ ਇਹ 7 ਪ੍ਰਕਾਰ ਦਾ। ਯਹ ਪੈ ਪਰਲੋਕ ਪੈ ਜਨਮ ਵੇਦ ਨਾ ਜਾਤ, ਅੰਨ ਰੱਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਥ। ਇਹਦੀ ਵਿਆਖਿਆ ਨੂੰ ਟਾਈਮ ਲੱਗ ਜਾਏਗਾ। ਇਸ ਕਰਕੇ ਕਿਤੇ ਜਦੋਂ ਸ਼ਬਦ ਦੇ ਅੱਖਰ ਥੋੜੇ ਹੋਣ ਉਦੋਂ ਫਿਰ ਵਿਆਖਿਆ ਜ਼ਿਆਦਾ ਹੋ ਜਾਂਦੀ ਹੁੰਦੀ ਹੈ। ਜਦੋਂ ਸ਼ਬਦ ਲਵੇਰਾ ਹੋਵੇ ਉਦੋਂ ਵਿਆਖਿਆ ਦਾ ਰੂਪ ਛੋਟਾ ਕਰਨਾ ਪੈਂਦਾ ਹੁੰਦਾ। ਇਸੇ ਕਰਕੇ ਤਾਂ ਹੀ ਸਮਾਂ ਕਵਰ ਹੁੰਦਾ। ਸੋ ਇਸ ਕਰਕੇ ਰਹੋ ਵਿਚਾਰ। ਤੇ ਇਹ ਰਹੋ ਵਿਚਾਰ ਵਾਲਾ ਸ਼ਬਦ ਵੀ ਕਈਆਂ ਦੇ ਅਗਿਆਨੀਆਂ ਦੇ ਵੀ ਬੜਾ ਅੜਿੱਕਿਆ ਵਾ। ਦੇਖਿਆ ਇੱਕ ਉਹ ਕੀਰਤਨ ਕਰਨ ਵਾਲਾ ਕਹੀ ਜਾਵੇ ਰਹੋ ਵਿਚਾਰ। ਉਹ ਬੀਬੀ ਕਹਿੰਦੀ ਬਾਬਾ ਜੀ ਇਹ ਕੀ ਹੁੰਦਾ? ਮੈਂ ਕਿਹਾ ਬੀਬੀ ਇਹ ਤਾਂ ਇਹਨੂੰ ਵੀ ਨਹੀਂ ਪਤਾ ਜਿਹੜਾ ਕਹਿ ਰਿਹਾ। ਕਹਿੰਦੀ ਇਹ ਕੀ ਗੱਲ ਹੋਈ? ਮੈਂ ਕਿਹਾ ਇਹ ਗਿਆਨੀਆਂ ਦਾ ਸ਼ਬਦ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਕਰਨੀ ਹੈ। ਰਹੋ ਵਿਚਾਰ ਦਾ ਮਤਲਬ ਹੁੰਦਾ ਹੈ ਵੀ ਮੇਰੇ ਕੋਲ ਟਾਈਮ ਘੱਟ ਹੈ, ਵੀ ਵਿਚਾਰ ਰਹਿ ਗਈ ਇੱਥੇ ਲਈ ਇੰਨਾ ਕੀ ਗੱਲ ਹੈ ਵੀ ਵਿਚਾਰ ਹੋਰ ਵੀ ਹੈ ਸੀ ਇਹਦੇ ਨਾਲ ਦੀ। ਰਹੋ ਵਿਚਾਰ ਇਹ ਰਹਿ ਗਈ ਕਿਉਂਕਿ ਸਮਾਂ ਪੂਰਾ ਕਰ। ਸੋ ਇਸ ਕਰਕੇ ਜਿਹੜੇ ਅਨਪੜ੍ਹ ਬੰਦੇ ਵੀ ਇਸ ਤਰ੍ਹਾਂ ਵਰਤੀ ਜਾਂਦੇ ਆ, ਪਰ ਉਹ ਯੋਗ ਨਹੀਂ ਹੈਗੀ ਗੱਲ। ਤੇ ਮਹਾਰਾਜ ਸਾਹਿਬ ਜੀ ਕੇ ਫਰਮਾਨ ਕਰਦੇ ਆ ਇਹ ਜੰਮਣ ਮਰਨ ਦਾ ਡਰ ਜਿਹੜਾ ਭਾਗਾ ਦੌੜ ਗਿਆ ਉਹਨਾਂ ਦਾ ਰਿਹਾ ਨਹੀਂ ਹੈ। ਅੰਦਰੋਂ ਦੁਰਮਤ ਦੂਜੀ ਖੋਏ। ਆਹੀ ਕੰਮ ਔਖਾ ਹੈ, ਬਾਕੀ ਸਾਰੇ ਸੌਖੇ। ਅੰਦਰ ਤੋਂ ਦੁਰਮਤ ਖੋਣੀ ਔਖੀ ਹੈ। ਬਾਹਰ ਤੋਂ ਸਾਊ ਬਣਨਾ, ਭਲਾ ਮਾਨਸ ਬਣਨਾ, ਗੁਰਮੁਖ ਬਣਨਾ ਦਿਖਾਵੇ ਦਾ, ਇਹ ਤਾਂ ਹਰ ਕੋਈ ਜਾਣਦਾ ਹੈ। ਇਹ ਤਾਂ ਇੱਕ ਗੁਰਮੁਖ ਦਾ ਰੋਲ ਅਦਾ ਕਰ ਰਿਹਾ, ਜਿਵੇਂ ਡਰਾਮੇ ਕਰਦੇ ਹੁੰਦੇ ਨੇ। ਅੰਦਰ ਤੋਂ ਅਵਸਥਾ ਬਦਲੋ। ਕਿਵੇਂ? ਇਹਨ ਦੁਬਦਾ ਕਰ ਬਹੁਤੇ। ਦੁਰਮਤ ਕਹਿੰਦੇ ਨੇ ਭੈੜੀ ਮੱਤ ਨੂੰ। ਭੈੜੀ ਮੱਤ ਵਿੱਚ ਕੀ ਹੈ? ਵਿਸ਼ੇ ਵਿਕਾਰ ਵਸਦੇ ਨੇ ਭੈੜੀ ਮੱਤ ਵਿੱਚ। ਗੁਰਮਤ ਵਿੱਚ ਕੀ ਹੈ? ਕੇਵਲ ਨਾਮ ਵਸਦਾ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਇਹ 2 ਪ੍ਰਕਾਰ ਦੀਆਂ ਮੱਤਾਂ, ਉਹ 4 ਪ੍ਰਕਾਰ ਦੀਆਂ ਨੇ। ਸੋ ਇਸ ਕਰਕੇ ਅੰਦਰੋਂ ਦੁਰਮਤ ਦੂਜੀ ਖੋਈ। ਅੰਦਰ ਤੋਂ ਭੈੜੀ ਮੱਤ ਦਵੈਸ਼ ਵਾਲੀ ਜਿਹੜੀ ਜਦੋਂ ਖੋਈ ਗਈ ਹੈ, ਸੋ ਜਨ ਹਰ ਲਿਵ ਲਾਗਾ। ਲੋ ਜੀ, ਲਿਵ ਲਾਉਣੀ ਤਾਂ ਸਾਰੇ ਜਾਣਦੇ ਨੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ, ਜੇ ਲਿਵ ਲਾਉਣੀ ਆ ਤਾਂ ਫਿਰ ਦੁਰਮਤ ਖੋਣੀ ਪਊਗੀ। ਲਿਵ ਲੱਗ ਜਾਊ। ਲਿਵ ਤਾਂ ਦੁਰਮਤ ਨਹੀਂ ਲੱਗਣ ਦਿੰਦੀ, ਉਹਨੇ ਅਸੀਂ ਖੋਣਾ ਨਹੀਂ ਚਾਹੁੰਦੇ, ਉਹ ਸਾਂਭ ਕੇ ਰੱਖੀ ਹੋਈ ਹੈ। ਫਿਰ ਸਾਚੀ ਲੇਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲੇਵੇ ਵਾਜੋਂ ਕਿਆ ਕਰੇ ਵਿਚਾਰੀ। ਤੋ ਇਸ ਪ੍ਰਕਾਰ ਫਿਰ ਕਹਿੰਦੇ ਹੈ ਮਹਾਰਾਜ ਸਾਹਿਬ ਜੀ, ਦੁਰਮਤ ਦੂਜੀ ਜਿਹੜੀ ਹੈ ਉਹਨਾਂ ਨੇ ਖੋ ਦਿੱਤੀ ਹੈ। ਜਨ ਜਿਹੜੇ ਦਾਸ ਹਨ ਦੁਆਰੇ ਬੋਲੋ ਪੰਕਤੀ, ਸੋ ਜਨ ਹਰ ਲਿਵ ਲਾਗੀ। ਸੋ ਉਹਨਾਂ ਜਨਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਦੀ ਲਿਵ ਲਾਗੀ। ਨਹੀਂ ਜੀ, ਲਾਗਾ ਕੋਈ ਨਹੀਂ, ਕੋਈ ਪੱਖਰ ਮੇਰੇ ਤੋਂ ਵੀ ਰਹਿ ਸਕਦੇ ਤੁਹਾਡੇ ਤੋਂ ਲਾਗਾ। ਤੇ ਉਹ ਉਹਨਾਂ ਨੂੰ ਪ੍ਰੇਮ ਦਾ ਅਰ ਫਿਰ ਸੱਚੀ ਲਿਵ, ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ।
ਇਹ ਪ੍ਰੇਮ ਦਾ ਫਿਰ ਰੰਗ ਲੱਗ ਗਿਆ। ਲਿਵ ਨਾਮ ਇਕਾਗਰਤਾ ਰੂਪ ਬੇਤੀ ਦਾ ਹੈ। ਇਕਾਗਰਤਾ ਰੂਪ ਬੇਤੀ ਕਰਕੇ ਇਕਾਗਰਤਾ ਬਣੀ ਰਹਿੰਦੀ ਆ ਉਹਨਾਂ ਦੀ। ਵਾਹਿਗੁਰੂ ਕਿਰਪਾ ਕਰੇ। ਮੈਂ ਹਜੇ ਗੁਰਮੁਖ ਸਤਪੁਰਸ਼ ਦੇਖੇ ਆ ਵੀ ਗੱਲਾਂ ਕਰਦੇ ਆ ਤੇ ਉਹਨਾਂ ਦੀ ਲਿਵ ਟੁੱਟਦੀ ਨਹੀਂ ਨਾਮ ਦੇ ਵਿੱਚ, ਗੱਲਾਂ ਵੀ ਕਰੀ ਜਾਂਦੇ। ਕਿਆ ਮੁਕਾਬਲਾ ਬਈ, ਜੇ ਉਹ ਦੂਆ ਕੋਈ ਰੀਸ ਕਰੇ ਵੀ ਸੰਤ ਵੀ ਤਾਂ ਗੱਲਾਂ ਕਰਦੇ ਆ, ਮੈਂ ਵੀ ਕਰੀ ਜਾਵਾਂ। ਕਿਉਂਕਿ ਉਹਨਾਂ ਦਾ ਨਾਮ ਦਾ ਟਿਕਾਣਾ ਇਹੋ ਜਿਹਾ ਬਣ ਗਿਆ, ਉਠਤ ਬੈਠਤ ਸੋਵਤ ਨਾਮ। ਉਹਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਬੋਲਦੇ। ਕਿਉਂਕਿ ਜੇ ਕੋਈ ਕਹੇ ਦੋ ਕੰਮ ਹੋ ਨਹੀਂ ਸਕਦੇ, ਕਿਵੇਂ ਨਹੀਂ ਹੋ ਸਕਦੇ? ਇਹ ਤੁਸੀਂ ਵੀ ਕਰਦੇ ਹੋ। ਗੱਡੀ ਚਲਾ ਰਹੇ ਹੋ ਤੁਸੀਂ, ਬਰਾਬਰ ਸੀਟ ਤੇ ਤੁਹਾਡੇ ਨਾਲ ਕੋਈ ਤੁਹਾਡਾ ਸੰਬੰਧੀ ਬੈਠਾ, ਉਹ ਤੁਹਾਨੂੰ ਗੱਲਾਂ ਪਾ ਲੈਂਦਾ। ਤੁਸੀਂ ਅੱਗੇ ਵੀ ਦੇਖ ਰਹੇ ਹੋ, ਪਿੱਛੇ ਵੀ ਦੇਖ ਰਹੇ ਹੋ। ਜਿਹੜੀ ਉਹ ਗੱਲ ਕਰਦਾ ਤੇ ਉਹਦੇ ਵਿੱਚ ਵੀ ਐਨ ਚੰਗੀ ਤਰ੍ਹਾਂ ਠੋਕ ਕੇ ਪਹਿਰਾ ਦੇ ਰਹੇ ਹੋ, ਨਾਲ ਹੰਗੂਰਾ ਵੀ ਦਿੰਦੇ ਹੋ, ਨਾਲ ਐਨ ਦਿਲਚਸਪੀ ਨਾਲ ਆਨੰਦ ਵੀ ਲੈਂਦੇ ਹੋ। ਇਹ ਕੀ ਹੋ ਰਿਹਾ? ਜੇ ਇੱਕੋ ਕੰਮ ਹੋ ਸਕਦਾ ਫਿਰ ਗੱਡੀ ਵੀ ਚੱਲ ਰਹੀ ਹੈ, ਉਹ ਵੀ ਚੱਲ ਰਹੀ। ਸਾਡੀ ਚੇਤਨਾ ਜਿਹੜੀ ਹੈ ਉਹਨੂੰ ਢੰਗ ਆ ਜਾਂਦਾ ਦੋ ਹਿੱਸਿਆਂ। ਪਹਿਲੀ ਜਾਣਦਾ ਦੁਨਿਆਵੀ ਕੰਮਾਂ 'ਚ ਦੋ ਹਿੱਸੇ ਕਰਨ ਜਾਣਦਾ, ਫਿਰ ਰੱਬ ਵਾਲੇ ਪਾਸੇ ਨਹੀਂ ਦੋ ਹਿੱਸੇ ਕਰ ਸਕਦਾ। ਢੰਗ ਤਾਂ ਤੇਰੇ ਕੋਲ ਹੈ ਹੀ, ਤੇ ਪਤਾ ਹੀ ਉਹਨੂੰ ਵਰਤ ਲਿਆ, ਬਸ ਇੰਨੇ ਕੰਮ ਹੈ। ਬਹੁਤ ਸਮਾਨ ਸਾਡੇ ਘਰ ਵਿੱਚ ਪਿਆ ਜਿਹੜਾ ਵਰਤੋਂ 'ਚ ਨਹੀਂ ਆਉਂਦਾ ਨਾ, ਉਵੇਂ ਜੰਗਾਲ ਲੱਗ ਜਾਂਦਾ ਪਿਆ। ਬਹੁਤ ਸਾਰਾ ਗਿਆਨ ਸਾਡੇ ਅੰਦਰ ਹੀ ਹੈ, ਵਰਤੋਂ 'ਚ ਨਹੀਂ ਆ ਰਿਹਾ, ਇਸ ਕਰਕੇ ਨਿਕੰਮਾ ਹੋ ਗਿਆ। ਉਸੇ ਨੂੰ ਚਮਕਾ ਲਈਏ ਨਾ, ਬਹੁਤ ਕੁਛ ਹੈ ਘਰ ਦੇ ਵਿੱਚ, ਸਭ ਕੁਛ ਘਰ ਮੈਂ ਬਾਹਰ ਨਾ ਹੀ। ਬਾਹਰ ਢੋਲ ਹੈ ਸੋ ਭਰਮ ਭੁਲਾਈ ਤਾਂ ਭਰਮ ਦਾ ਭੁਲਿਆ। ਹਾਂਜੀ ਅੱਗੇ ਚਲੋ। ਜਿਨ ਕੋ ਕਿਰਪਾ ਕੀਨੀ ਮੇਰੇ ਸੁਆਮੀ। ਮੇਰੇ ਸੁਆਮੀ ਮਾਲਕ ਗੁਰੂ ਨਾਨਕ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੱਤੀ ਹੈ, ਤਿਨ ਅਨ ਦਿਨ ਹਰ ਗੁਣ ਗਾਏ। ਉਹਨਾਂ ਦਾ ਰਾਤ ਦਿਨ ਰੱਬ ਦੇ ਗੁਣ ਗਾਉਣ ਦਾ ਹੀ ਕੰਮ ਹੈ। ਰੱਬ ਦਾ ਜਸ ਕਰਨਾ, ਬਾਣੀ ਦੁਆਰਾ ਕਰੀ ਜਾਣ, ਕੀਰਤਨ ਦੁਆਰਾ ਕਰੀ ਜਾਣ, ਵਾਹਿਗੁਰੂ ਵਾਹਿਗੁਰੂ ਕਾ ਕਰੀ ਜਸ ਕਰਨਾ, ਮੂਲ ਮੰਤਰ ਦੁਆਰਾ ਕਰਨ, ਬਾਣੀ ਪੜ੍ਹ ਕੇ ਕਰੀ ਜਾਣ। ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਇਹੀ ਬਸ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਵਰਨਾ। ਇਹ ਕਰਦੇ ਹਨ ਜੀ। ਸੁਣ ਮਨ ਭੀਨੇ ਸਹਿਜ ਸੁਭਾਏ। ਤੇ ਉਹ ਫਿਰ ਰਾਤ ਦਿਨ ਹਰੀ ਦੇ ਗੁਣਾਂ ਨੂੰ ਗਾਉਂਦੇ ਹੋਏ ਜਾਂ ਸੁਣਦੇ ਹੋਏ ਉਹਨਾਂ ਦਾ ਮਨ ਪ੍ਰੇਮ ਰਸਤੇ 'ਚ ਭਿੱਜ ਜਾਂਦਾ ਹੈ। ਜੁਗ ਮੈਂ ਰਾਮ ਨਾਮ ਨਿਸਤਾਰਾ। ਤੇ ਉਹਨੂੰ ਭਿੱਜਿਆ ਹੋਇਆ ਨੂੰ ਸਹਿਜ ਸ਼ਾਂਤੀ ਵੀ ਮਿਲ ਜਾਂਦੀ ਹੈ, ਸੁਭਾਏ ਸੁਤੇ ਸਿੱਧੀ ਮਿਲ ਜਾਂਦੀ ਹੈ। ਇਹ ਕਲਯੁਗ ਦੇ ਮਹਿਕੀਏ ਵਿੱਚ ਰਾਮ ਦੇ ਨਾਮ ਨੂੰ ਹੋਏ ਨਿਸ ਪ੍ਰਪੰਚ ਤੋਂ ਤਾਰਨ ਵਾਲਾ ਬਣਿਆ। ਅਵਿਦਿਆ ਰੂਪੀ ਨਿਸ ਰਾਤ, ਨਿਸ ਨਾਮ ਰਾਤ ਦਾ, ਅਵਿਦਿਆ ਰੂਪੀ ਰਾਤ ਤੋਂ ਤਾਰਾ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਗਿਆਨ ਹੈ ਜਿਹੜਾ, ਇਹ ਵੀ ਦੋ ਤਰ੍ਹਾਂ ਦਾ ਹੈ। ਇੱਕ ਤਾਂ ਗਿਆਨ ਹੈ ਜਿਹੜਾ ਕਿਸੇ ਤੋਂ ਸੁਣ ਕੇ ਜਾਣਕਾਰੀ ਮਿਲ ਗਈ ਜਾਂ ਆਪ ਪੜ੍ਹ ਕੇ ਜਾਣਕਾਰੀ ਲੈ ਲਈ। ਅਸਲ ਦੇ ਵਿੱਚ ਇਹ ਗਿਆਨ ਅਗਿਆਨ ਦਾ ਹੀ ਇੱਕ ਹਿੱਸਾ ਹੈ, ਸਮਝਣ ਦੀ ਲੋੜ ਹੈ ਇਸ ਗੱਲ ਨੂੰ। ਇੱਕ ਹੈ ਜਿਹੜਾ ਨਾਮ ਜਪ ਕੇ ਫਿਰ ਅੰਦਰ ਤੋਂ ਗਿਆਨ ਪੈਦਾ ਹੁੰਦਾ ਹੈ। ਫੁਆਰਾ ਜਿਵੇਂ ਪਾਣੀ ਚੋਂ ਫੁੱਟਦਾ ਹੈ ਨਾ, ਧਰਤੀ ਦੇ ਵਿੱਚੋਂ ਪਾਣੀ ਦਾ ਫੁਆਰਾ ਫੁੱਟਦਾ ਹੈ, ਚਸ਼ਮਾ ਚੱਲ ਪੈਂਦਾ ਹੈ, ਅੰਦਰ ਤੋਂ ਗਿਆਨ ਦਾ ਚਸ਼ਮਾ ਫੁੱਟਦਾ ਹੈ। ਜਦੋਂ ਉਹ ਫੁੱਟ ਜਾਏ ਉਹਦੇ ਵਿੱਚੋਂ ਹੀ ਫਿਰ ਕਬੀਰ ਸਾਹਿਬ ਨੇ ਬਾਣੀ ਰਚੀ ਹੈ, ਰਵਿਦਾਸ ਜੀ ਨੇ ਬਾਣੀ ਰਚੀ ਹੈ, ਉਹ ਅੰਦਰ ਤੋਂ ਹੀ ਸੀ। ਹੋਰ ਕੋਈ ਬ੍ਰਾਹਮਣ ਤਾਂ ਨੇੜੇ ਨਹੀਂ ਸੀ ਲੱਗਣ ਦੇ ਉਹਨਾਂ ਨੂੰ। ਤੋ ਇਸ ਪ੍ਰਕਾਰ ਹੈ ਇਹ। ਤੇ ਇਉਂ ਫਿਰ ਨਿਸ ਪ੍ਰਪੰਚ ਤੋਂ ਉਹਨਾਂ ਦਾ ਤਾਰਾ ਹੋ ਗਿਆ ਹੈ। ਗੁਰ ਤੇ ਉਪਜੈ ਸ਼ਬਦ ਵਿਚਾਰਾ। ਗੁਰੂ ਤੋਂ ਸ਼ਬਦ ਦੀ ਵਿਚਾਰ ਜਿਹੜੀ ਆ ਨਾ ਉਪਜੈ ਪੈਦਾ ਹੁੰਦੀ ਹੈ। ਕੀ ਪੈਦਾ ਹੁੰਦੀ ਹੈ? ਵਿਚਾਰ ਜਿਹੜੀ ਹੈ ਇਸ ਦੇ ਉੱਪਰ ਨਹੀਂ, ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ, ਇਹ ਸ਼ਬਦ ਤੋਂ ਪੈਦਾ ਹੁੰਦੀ ਹੈ, ਉਪਦੇਸ਼ ਤੋਂ ਪੈਦਾ ਹੁੰਦੀ ਹੈ। ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲੇ ਜਿਹੜੇ, ਉਹਨਾਂ ਨੂੰ ਰਾਮ ਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ। ਕਿ ਵੀ ਕਥਾ ਕਿਉਂ ਸੁਣਦੇ ਹੈ? ਤੇ ਇੱਕ ਥਾਂ ਤੇ ਕਥਾ ਹੁੰਦੀ ਸੀ, ਕੀਰਤਨ ਬੜਾ ਸੋਹਣਾ ਰਸਪਿਨਾ ਕੀਰਤਨ ਹੋਇਆ, ਉਦੋਂ ਬਾਅਦ ਅੱਧੀ ਦੁਨੀਆ ਉੱਠ ਕੇ ਚਲੀ ਗਈ। ਜਿਹੜਾ ਗੁਰਮੁਖ ਵਿਚਾਰਵਾਨ ਸੀ ਉਹ ਦੇਖਦੇ ਰਹੇ ਵੀ ਕੀ ਹੋ ਰਿਹਾ ਹੈ, ਵੀ ਗਿਆਨ ਤਾਂ ਪੈਦਾ ਹੋਣਾ ਸੀ ਕਥਾ ਦੇ ਵਿੱਚੋਂ, ਕਥਾ ਦੇ ਵੇਲੇ ਉੱਠ ਕੇ ਚਲੇ ਗਏ। ਇੱਕ ਗੁਰਮੁਖ ਨੂੰ ਪੁੱਛਿਆ ਵੀ ਇਹ ਕਿਆ ਬਾਤ ਹੈ, ਇਹ ਸੱਜਣ ਕਿਉਂ ਚਲੇ ਜਾਂਦੇ ਆ, ਕਥਾ ਨਾਲ ਕਿਉਂ?
ਉਹ ਕਹਿੰਦੇ ਅਸਲ ਦੇ ਵਿੱਚ ਜੀ ਕਥਾ ਜਿਹੜੀਆਂ ਗੱਲਾਂ ਕਹਿੰਦੀ ਹੈ ਨਾ ਕਰਨ ਨੂੰ, ਉਹ ਕਰਨਾ ਨਹੀਂ ਚਾਹੁੰਦੇ। ਇਹ ਤੋਂ ਬਿਹਤਰ ਵੀ ਚਲੇ ਜਾਓ, ਸੰਗੀਤ ਦਾ ਰਸ ਲੈਣਾ ਬਸ। ਉਹ ਸ਼ਬਦ ਦਾ ਤਾਂ ਪਤਾ ਨਹੀਂ ਨਾ ਵੀ ਕੀ ਹੋ ਰਿਹਾ। ਉਹ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਉਹ ਕਹਿੰਦੇ ਇੱਕ ਨੌਜਵਾਨ ਕਹਿੰਦਾ ਵੀ ਮੈਂ ਤੁਹਾਡੀ 4000 ਕੈਸਟ ਸੁਣੀ। ਕਹਿੰਦਾ ਮੈਂ ਕਿਹਾ ਵਾਹ ਬਈ ਵਾਹ ਤੇਰੀ, ਇਹ ਮੈਂ ਦੇਖਿਆ ਵੀ ਦਾੜੀ ਕੱਟੀ ਹੈ, ਸਿਰ ਮੂੰਹ ਮੁੰਨਿਆ ਹੋਇਆ, ਤੇ ਕੈਸਟਾਂ ਮੇਰੀ 4000 ਸੁਣ ਲਈਆਂ ਨੇ। ਕਹਿੰਦੇ ਵੀ ਕੋਈ ਸਮਝ ਆਈ ਉਹਦੇ ਚੋਂ? ਕਹਿੰਦਾ ਜੀ ਸਮਝ ਤਾਂ ਨਹੀਂ ਆਈ, ਪਰ ਤੁਹਾਡੇ ਸਾਜ਼ ਬੜੇ ਸੋਹਣੇ ਵੱਜਦੇ ਹੁੰਦੇ ਆ, ਤੁਹਾਡੀ ਆਵਾਜ਼ ਬੜੀ ਸੋਹਣੀ ਲੱਗਦੀ ਹੈ ਮੈਨੂੰ, ਬਸ ਇੰਨੀ ਗੱਲ, ਸ਼ਬਦ ਦਾ ਕੋਈ ਪਤਾ ਨਹੀਂ ਮੈਨੂੰ। ਇਹਨੂੰ ਕਹਿੰਦੇ ਨੇ ਸ਼ਬਦ ਨਾ ਸੁਣੀ, ਬਹੁਤ ਰੋਲ ਘਚੋਲਾ, ਰੋਲ ਘਚੋਲੇ ਚ ਪਏ। ਗਿਆਨ ਵਧਣੇ ਅਰਥਾਂ ਨਾਲ, ਬੁਰਾਈਆਂ ਛਡਾਉਣੀਆਂ। ਜਿਹੜਾ ਬੰਦਾ ਬੁਰਾਈ ਨਹੀਂ ਛੱਡਣ ਨੂੰ ਤਿਆਰ, ਉਹ ਕਥਾ ਕਿਉਂ ਸੁਣੂਗਾ? ਕਥਾ ਨੇ ਬੁਰਾਈਆਂ ਛਡਾਉਣੀਆਂ ਨਾ, ਕਥਾ ਨੇ ਗਿਆਨ ਦੇਣਾ। ਉਹ ਅਗਿਆਨ ਚ ਰਹਿਣਾ ਚਾਹੁੰਦੇ, ਉਹ ਆਪਣੀ ਮਰਜ਼ੀ ਕਰਨਾ ਚਾਹੁੰਦੇ। ਹੁਣ ਇੱਕ ਸ਼ਰਾਬ ਪੀਣ ਵਾਲਾ ਹੈ, ਉਹਨੂੰ ਕੀ ਲੋੜ ਹੈ ਕਥਾ ਸੁਣਨ ਦੀ? ਕਥਾ ਨੇ ਤਾਂ ਸ਼ਰਾਬ ਨਹੀਂ ਪੀਣ ਦੇਣੀ। ਮਾਸ ਖਾਣ ਵਾਲਾ ਕਿਉਂ ਸੁਣੂਗਾ ਕਥਾ? ਬਾਰ-ਬਾਰ ਗੁਰਬਾਣੀ ਚ ਆਈ ਜਾਣਾ ਵੀ ਮਾਸ ਨਹੀਂ ਖਾਣਾ ਚਾਹੀਦਾ, ਉਹਨੂੰ ਕੀ ਲੋੜ ਹੈ? ਇਸ ਕਰਕੇ ਹੈ ਇਹ ਜਿਵੇਂ ਚੱਲਦਾ ਨਾ ਸੰਸਾਰ, ਇਹ ਵਾਹਿਗੁਰੂ ਦਾ ਭਾਣਾ ਮੰਨਣ ਵਾਲੀ ਗੱਲ ਹੈ, ਉਵੇਂ ਚੱਲਦਾ ਹੈ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਨ੍ਹਾਂ ਨੂੰ ਰਾਮ ਦਾ ਨਾਮ ਪਿਆਰਾ ਹੈ ਭਾਈ, ਗੁਰੂ ਦੇ ਸ਼ਬਦ ਦੁਆਰਾ ਹੀ ਰਾਮ ਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ। ਤੇ ਗੁਰੂ ਕਿਰਪਾ ਕਰੇ ਸਾਨੂੰ ਸ਼ਬਦਾਂ ਦੇ ਨਾਲ ਪਿਆਰ ਹੋਵੇ। ਜਿਸ ਕਿਰਪਾ ਕਰੇ ਸੋ ਪਾਏ, ਜਿਹਦੇ ਉੱਤੇ ਗੁਰੂ ਨਾਨਕ ਕਿਰਪਾ ਕਰ ਦੇਵੇ ਭਾਈ, ਉਹੀ ਪ੍ਰਾਪਤ ਕਰ ਸਕਦਾ ਹੈ। ਸਹਿਜੇ ਗੁਣ ਗਾਵੇ ਦਿਨ ਰਾਤੀ, ਸਹਿਜੇ ਸੁਤੇਸ਼ਰ। ਗੁਣ ਖੂਬੀਆਂ ਜਿਹੜੀਆਂ ਪਰਮਾਤਮਾ ਦੇ ਵਿੱਚ, ਉਹਨਾਂ ਨੂੰ ਰਾਤ ਦਿਨ ਗਾਉਂਦਾ ਰਹਿੰਦਾ ਹੈ। ਕਿਲ ਵਿਖ ਸਭ ਗਵਾਏ, ਕਿਲ ਨਿਸ਼ਚੈ ਕਰਕੇ ਵਿਖ ਵਿਉ ਵਰਗੇ ਜਿਹੜੇ ਪਾਪ ਸੀ ਉਹ ਗਵਾ ਦਿੱਤੇ ਉਸਨੇ। ਸਭ ਕੋ ਤੇਰਾ ਤੂੰ ਸਭਨਾ ਕਾ, ਹੇ ਮੇਰੇ ਵਾਹਿਗੁਰੂ ਤੂੰ ਸਾਰਿਆਂ ਦਾ ਹੈ, ਸਾਰੇ ਤੇਰੇ ਨੇ। ਇਹ ਮੰਦਾ ਕਿਸ ਨੂੰ ਆਖੇ, ਜਾਂ ਤਿਸ ਬਿਨ ਕੋਈ ਨਾ, ਤੇ ਤੋਂ ਬਿਨਾਂ ਤਾਂ ਹੈ ਹੀ ਨਹੀਂ ਕੋਈ ਮੰਦਾ, ਕੀ ਕਿਹਨੂੰ ਕਹੀਏ। ਸੋ ਇਸ ਕਰਕੇ ਸਾਰੇ ਤੇਰੇ ਨੇ, ਤੂੰ ਸਭਨਾ ਦਾ ਹੈ ਮਹਾਰਾਜ। ਤੂੰ ਤੇਰਾ ਤੂੰ ਹਮਾਰਾ, ਮਹਾਰਾਜ ਸਭਨਾ ਦੇ ਵਿੱਚ ਫਿਰ ਮੈਂ ਵੀ ਤਾਂ ਹਾਂ। ਇਸ ਲਿਹਾਜ਼ਨ ਤਾਂ ਫਿਰ ਮੈਂ ਵੀ ਤੇਰਾ ਹੀ ਹੋਇਆ ਨਾ, ਫਿਰ ਤੂੰ ਵੀ ਮੇਰਾ ਹੀ ਹੋਇਆ। ਦੇਖੋ ਕਿੱਡੇ ਲਾਡ ਦਾ ਵਚਨ ਕੀਤਾ ਹੈ। ਜਿਵੇਂ ਇੱਕ ਨਿੱਕਾ ਜਿਹਾ ਬੱਚਾ ਗੋਦ 'ਚ ਵੜ ਕੇ ਬਾਪੂ ਨਾਲ ਗੱਲਾਂ ਕਰਦਾ ਨਾ, ਐ ਮਹਾਰਾਜ ਸਾਹਿਬ ਜੀ ਗੱਲ ਕਰਦੇ, ਹੇ ਪ੍ਰਮਾਤਮਾ ਜੀ ਫਿਰ ਤੂੰ ਵੀ ਮੇਰਾ ਹੀ ਹੋਇਆ ਇਸ ਲਿਹਾਜ਼ਨ। ਜਦੋਂ ਸਾਰਾ ਸੰਸਾਰ ਤੇਰਾ ਹੈ, ਤੂੰ ਸੰਸਾਰ ਦਾ ਹੈ, ਤਾਂ ਮੈਂ ਵੀ ਸੰਸਾਰ ਦੇ ਵਿੱਚ ਹਾਂ, ਇਸ ਕਰਕੇ ਤੂੰ ਮੇਰਾ ਵੀ ਹੈ, ਮੈਂ ਤੇਰਾ। ਬਹੁਤ ਪਿਆਰ ਦਾ ਵਚਨ ਕੀਤਾ ਹੈ। ਜੁਗ ਮੈਂ ਰਾਮ ਨਾਮ ਨਿਸਤਾਰਾ, ਯੁਗ ਸਮੇਂ ਦਾ ਨਾਮ ਵੀ ਹੁੰਦਾ ਹੈ, ਪਰ ਯੁਗ ਇੱਥੇ ਸੰਪਰਦਾਈ ਅਰਥਾਂ 'ਚ ਤਾਂ ਕਲਯੁਗ ਦਾ ਨਾਂ ਹੀ ਤਵੇ। ਕਲਯੁਗ ਦੇ ਅਬ ਕਲੂ ਆਇਓ ਰੇ, ਇੱਕ ਨਾਮ ਬੋ ਆਨ ਰੂਤ ਨਾਹੀ ਨਾਹੀ ਮਤ ਪਰਮ ਭੂਲੋ। ਤੋ ਇਸ ਪ੍ਰਕਾਰ ਹੈ ਵੀ ਇਹਦੇ ਵਿੱਚ ਭਾਈ ਰਾਮ ਦੇ ਨਾਮ ਦਾ ਹੀ ਨਿਸਤਾਰਾ ਹੈ। ਤੇ ਨਾਮ ਤੋਂ ਬਿਨਾ ਆਨ ਰੂਤੀ ਆਨ ਬੋਈਏ ਫਲ ਨਾ ਫੁੱਲੇ ਤਾਹੇ। ਰੁੱਤ ਹੋਰ ਹੋਵੇ, ਬੀਜ ਹੋਰ ਬੀਜ ਦਿੱਤਾ, ਉਹਨੇ ਫੁੱਲਣਾ ਨਹੀਂ ਹੈ। ਕਲਯੁਗ ਦਾ ਸਮੇਂ ਇਹ ਨਾਮ ਦੀ ਰੁੱਤ ਹੈ, ਇਸ ਕਰਕੇ ਬੀਜ ਨਾਮ ਦਾ ਹੀ ਬੀਜਣਾ ਠੀਕ ਹੈ। ਤੇ ਇਸ ਪ੍ਰਕਾਰ ਜੁਗ ਮੈਂ ਰਾਮ ਨਾਮ ਨਿਸਤਾਰਾ, ਰਾਮ ਪਰਮੇਸ਼ਰ ਰਮੇ ਹੋਏ ਦਾ ਨਾਮ ਹੀ ਨਿਸ ਪ੍ਰਪੰਚ ਤੋਂ ਤਾਰਨ ਵਾਲਾ ਹੈ। ਸਾਜਨ ਆਏ ਉਠੇ ਘਰ ਮਾਏ। ਤੇ ਹੁਣ ਜਦੋਂ ਪਰਮਾਤਮਾ ਦੀ ਸਿਖਿਆਤਾਕਾਰ ਪਹਿਲਾਂ ਅੰਦਰ ਹੁੰਦੀ ਹੈ, ਪ੍ਰਤੱਖ ਫਿਰ ਬਾਹਰ ਵੀ ਹੋ ਜਾਂਦਾ ਹੈ। ਤੇ ਹਿਰਦੇ ਰੂਪੀ ਘਰ ਦੇ ਵਿੱਚ ਸੱਜਣ ਕਹਿੰਦੇ ਆ ਕੇ ਵਸ ਗਏ। ਗੁਰੂ ਨਾਨਕ ਸਾਹਿਬ ਦਾ ਸਾਖਸ਼ਾਤ ਸਰੂਪ ਉਹ ਮੇਰੇ ਹਿਰਦੇ 'ਚ ਆ ਕੇ ਵਸ ਗਿਆ। ਸਾਜਨ ਆਏ ਬੁੱਠੇ ਘਰ ਮਾਏ, ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਬੁੱਠੇ ਬਸ ਗਏ। ਦੂਸਰਾ ਹੈ ਸਾਜਨ ਆਏ ਬੁੱਠੇ ਘਰ ਮਾਏ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸੱਜਣ ਹੁਣ ਮੇਰੇ ਹਿਰਦੇ ਵਿੱਚ ਆ ਕੇ ਵਸ ਗਏ। ਹਰ ਗੁਣ ਗਾਵੇ ਤਿਰਪਤ ਘਾਈ। ਤੇ ਹੁਣ ਹਰੀ ਦੇ ਗੁਣਾਂ ਨੂੰ ਗਾ ਕਰਕੇ ਹੁਣ ਦੇਖੋ ਦੋ ਪਦ ਇਕੱਠੇ ਆ ਗਏ। ਤ੍ਰਿਪਤ ਵੀ ਨਾਮ ਰੱਜਣ ਦਾ, ਅਘਾਈ ਨਾਮ ਵੀ ਰੱਜਣ ਦਾ। ਇੱਕ ਨੂੰ ਤ੍ਰਿਪਤ ਕਹਿ ਦਿੱਤਾ ਰੱਜਣ ਨੂੰ, ਇੱਕ ਨੂੰ ਅਘਾਈ ਕਹਿ ਦਿੱਤਾ, ਹੈ ਤਾਂ ਰੱਜਣ ਦੀ ਵਾਚਕ ਦੋਨੇ। ਪਰ ਜੇ ਇਹਨੂੰ ਵਾਧੂ ਸਮਝ ਕੇ ਇੱਕ ਪਦ ਦਾ ਅਰਥ ਹੀ ਛੱਡ ਦਿੱਤਾ ਤਾਂ ਫਿਰ ਕਥਾ 'ਚ ਵਿਘਨ ਪੈ ਗਿਆ। ਵਾਧੂ ਤਾਂ ਹੈ ਨਹੀਂ ਕੋਈ ਗੱਲ।
महाराज ने पद वरतिया, खोजण की लोड़ है। इहदा अर्थ ऐसा किया जाता है भी वो ऐस लोक दे ਜਿਹੜੇ पदार्थ न उन्हां वल्लों भी तृप्त हो गए, संतुष्ट हो गए, रज गए भी हुण कुछ नहीं चाहिए, बिन नावे अवर ना पाया, संतोख आ गया। ते परलोक दे स्वर्ग आदि दे ਜਿਹੜੇ पदार्थ न अगाई उन्हां वल्लों भी रज गए। ये तां दो पद अगे दसदे हन जी। हर गुण गाए सदा तृप्तासे, हरि परमेश्वर दे गुणां गा करके सदा ही तृप्तासी, संतुष्ट हो जाते, तृप्त हो जाते हैं। फिर भूख न लागे आए, ये पदार्थां दी भुख नहीं जी उन्होंने लगती। नाम इन्ना संतोख दे दिंदा है। रविदास जी नूं इन्ना संतोख आ गया कि परीक्षा करन वास्ते परमात्मा जे पारस की बट्टी देंदा है तो मुड़ के आके पुछदा है, रविदास तेनों बट्टी दित्ती सी कित्थे है? कहंदे जी जिथे रखी होगी उत्थे होनी है। मैं वेखी नहीं मुड़ के। तो इस करके है जदों संतोख आ गया, सम संतोख ना और सुख, तप ना खेमा संग जान, ब्रह्म ज्ञान समदान ने धर्म ना दया से। तो इस करके वो फिर मुड़ के भुख नहीं लगती पदार्थां दी, विषयां दी। ते इक्को ही भुख लगनी है, चाहे विषयां दी लगी रहे, चाहे नाम दी लगी रहे, चाहे माया दी भुख लगी रहे, चाहे बाणी दे पढ़न दी भुख लगी रहे। भुखां दो तो होनियां नहीं, साचे नाम की लाग है। तो इस प्रकार दस रहे हैं वो। फिर इस प्रकार उन्होंने फिर कदे भुख नहीं लगती है, भाव लोड़ ही नहीं रहिंदी, संतुष्ट हो जाते हैं जी। दै दिस पूज होए हर जन की, हरि परमेश्वर दे जिहड़े जन सेवक न उन्हां दी पूजा कित्थे तक हुंदी है? दह दिश, दह दिश ये 10 दिशा ने, किते 4 कईयां इधर जिहड़ी पश्चिम दी बोली है उहदे विच ईस्ट वैस्ट नॉर्थ साउथ कह दिंदे हो तुसीं। असीं भाई सादी बोली दे विच पूर्व पश्चिम उत्तर दक्षिण कह दिंदे, गल उही। ये 4 तां हैं जिहड़ियां दिशा, 4 दिशा दे नाल उपदिशा दी, ईशान, नैरत, वैवी, अगन, ये 4 ते 4 8, एक सिर वाला पासा उपर ते एक पैरां दे हेठला पासा, 8 ते 2 10। दसे जिहड़ियां दिशा, 10 दिशा दे विच उस रब दे प्यारियां दी पूजा हुंदी है। एक साडे इलाके च महापुरुष ने बाबा भीरों दास जी बदोशी वाले, उन्हां दी सेवा करन वाले बाबा गुरमुख सिंह जी 12 साल सेवा की सी उन्होंने। उन्हां तो कार सेवा की प्रणाली पैदा हुई। वो महापुरुष मैं संत ज्ञानी गुरबचन सिंह जी रसना तो ये वचन सुनिया भी 10 पाठ सुखमनी साहब दे नितनेम सी बाबा भीरदास जी, जवानी कंठ सी उन्होंने। ते बाबा गुरमुख सिंह जी भी 10 पाठ सुखमनी साहब दे करते रहे। बाबा जीवन सिंह ते बाबा दलीप सिंह जी 10-10 पाठ सुखमनी साहब दे हर रोज़ करते सी। इदों बाद मैनू जथेदारां दा नहीं पता भी अगे ਵਧਾਇਆ ਘਟਾਇਆ ਕੀ है, भी इत्थे तक मेरे को प्रूफ है भी जिहड़ा परमेश्वर का नाम जपदा है ਉਹਦੀ ਤਾਂ पूजा फिर आप ही होनी है। जन नानक सतगुरु पूजिया इन्हां हर पूज करावा, दैत पूज होवे हर जन की। उन्हां दी पूजा हुंदी है परमेश्वर दे प्यारियां दी। जो हर हर नाम ध्याए, जो सब नूं हरे भरे करन वाले हरि परमेश्वर दे नाम नूं ध्याकार बिरती बना के ध्याना करदा, ये उन्हां दी गल है। नानक आपे जोड़ विछोड़े, ते महाराज साहब ही कहंदे ने शब्द की समाप्ति करदे है। 2.5-3 मिनट रह गए मैं दे विच, मैनूं समय ते अगे जाण दा सुभाव नहीं है। महाराज ये सुभाव नूं इसी तरह ही बरकरार रखण सतगुरु। ते समाप्ति है। महाराज साहब कहंदे नानक हर आपे जोड़ विछोड़े, वाहिगुरु परमेश्वर आप ही किरपा करदा है, शरीरां दे विच जीव आत्मा नूं जोड़दा है।
ਔਰ ਆਪਣੇ ਹੁਕਮ ਦੇ ਵਿੱਚ ਫਿਰ ਵਿਛੋੜ ਦਿੰਦਾ ਹੈ। ਜੀਵ ਆਤਮਾ ਸਰੀਰ ਨੂੰ ਛੱਡ ਕੇ ਐ ਚਲਾ ਜਾਂਦਾ ਜਿਵੇਂ ਪੰਛੀ ਆਲੇ ਨੂੰ ਛੱਡ ਕੇ ਚਲੇ ਜਾਂਦੇ। ਜਾਂ ਆਏ ਤਾਂ ਤਿਨੇ ਬਿਠਾਏ, ਚਾਲੇ ਤਿਨੇ ਬੁਲਾਏ ਲੈ। ਆਪ ਹੀ ਉਹ ਜੋੜਦਾ, ਆਪ ਹੀ ਵਿਛੋੜਦਾ। ਇੱਕ ਤਾਂ ਇਹ ਅਰਥ ਹੈ ਸੰਪਰਦਾ ਚ। ਦੂਸਰਾ ਹੈ ਨਾਨਕ ਹਰ ਆਪੇ ਜੋੜ ਵਿਛੋੜੇ। ਆਪ ਹੀ ਹਰੀ ਪਰਮੇਸ਼ਰ ਕਿਰਪਾ ਕਰਕੇ ਜਿਹੜੇ ਉਹਦੇ ਬਣ ਜਾਂਦੇ ਆ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਜਿਹੜੇ ਮਨਮੁਖ ਨੂੰ ਉਹਨੂੰ ਵਿਛੋੜ ਦਿੰਦਾ ਹੈ। ਤੇ ਤੀਸਰਾ ਹੈ ਇਸ ਦਾ, ਤੇ ਗੁਰੂ ਕਿਰਪਾ ਕਰਕੇ, ਪਰਮੇਸ਼ਰ ਕਿਰਪਾ ਕਰਕੇ ਆਪ ਹੀ ਬ੍ਰਹਮ ਗਿਆਨ ਦੇ ਨਾਲ ਉਹਨਾਂ ਨੂੰ ਜੋੜ ਦਿੰਦਾ ਤੇ ਅਗਿਆਨ ਤੋਂ ਵਿਛੋੜ ਦਿੰਦਾ ਹੈ। ਇਸ ਪ੍ਰਕਾਰ ਦੇ ਕਈ ਅਰਥ ਹੋਰ ਵੀ ਬਣਦੇ ਹਨ ਜੀ। ਅੱਗੇ ਬੋਲੋ। ਹਰ ਬਿਨ ਕੋ ਦੂਜਾ ਨਾਹੀਂ। ਹਰੀ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਜੋੜ ਵਿਛੋੜਨ ਵਾਲਾ ਹੋਰ ਕੋਈ ਦੂਜਾ ਨਹੀਂ। ਗੁਰੂ ਵੀ ਉਸ ਦਾ ਸਰਗੁਣ ਸਰੂਪ ਹੈ, ਆਪ ਹੀ ਹੈ। ਗੁਰੂ ਸਰੂਪ ਦੇ ਵਿੱਚ ਵੀ ਆਪ ਹੀ, ਆਪ ਨਾਰਾਇਣ ਕਲਾ ਧਰ ਜਗ ਮੇਂ ਪ੍ਰਭਰਿਓ, ਆਪ ਹੀ ਹੈ। ਤੋ ਇਸ ਕਰਕੇ ਦੱਸਦੇ ਹਨ, ਸਾਜਨ ਆਏ ਮੁਠੇ ਘਰ ਮਾਹੀ। ਸਾਜਨੜਾ ਮੇਰਾ ਸਾਜਨੜਾ, ਇੱਕ ਤਾਂ ਉਹ ਹੋ ਗਿਆ ਹਿਰਦੇ ਰੂਪੀ ਘਰ ਦੇ ਆ ਕੇ ਵਸ ਗਿਆ, ਵਿਛੜਦਾ ਨਹੀਂ ਹੈ ਹੁਣ। ਦੂਸਰਾ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਸੱਜਣ ਅਸਲ ਦੇ ਜਿਹੜੇ ਪਰਲੋਕ ਨੂੰ ਨਾਲ ਜਾਂਦੇ ਆ, ਉਹ ਘਰ ਦੇ ਵਿੱਚ ਹਿਰਦੇ ਚ ਆ ਕੇ ਬੁੱਠੇ ਵਸ ਗਏ। ਇਹ ਸਾਧ ਸੰਗਤ ਜੀ, ਕਿਉਂਕਿ ਸੰਤਾਂ ਦੀ ਬਾਣੀ ਦੇ ਵਿੱਚ ਕਥਾ ਹੈ। ਮੈਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਵੀ ਸੰਪਰਦਾ ਦੇ ਵਿੱਚ ਐਸਾ ਨਹੀਂ ਕੀਤਾ ਜਾਂਦਾ ਜਿਵੇਂ ਅੱਜ ਕੱਲ੍ਹ ਗਿਆਨੀ ਕਰਨ ਲੱਗ ਪਏ ਵੀ ਜੇ ਸੰਤਾਂ ਦੀ ਬਾਣੀ 'ਚ ਕਥਾ ਤਾਂ ਸੰਤ ਪੂਰੇ ਦੀ ਕਥਾ, ਅਸ਼ਟਪਦੀ ਜਾਂ ਪੂਰੀ ਅਸ਼ਟਪਦੀ ਦੀ, ਮਾਰੂ ਸੋਲਿਆਂ ਦੀ ਤਾਂ ਜਿੰਨੇ ਵੀ ਚਾਹੇ 17 ਪਦਨ 20 ਪਦਨ 19 ਪਦਨ ਸਾਰੇ ਉਹਦੇ ਅਨੁਸਾਰ ਜਿੰਨੇ ਦਿਨ ਸੰਤਾਂ ਦੀ ਬਾਣੀ ਹੈ ਉਨੇ ਦਿਨ ਆਪਾਂ ਕਥਾ ਸੰਖੇਪ ਹੀ ਹੋਏਗੀ। ਤੇ ਅੱਗੇ ਜਿਸ ਤਰ੍ਹਾਂ ਮਹਾਰਾਜ ਕਿਰਪਾ ਕਰੇਗਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਬਾਬਾ ਬੰਤਾ ਸਿੰਘ ਜੀ ਬੜੇ ਪੰਥ ਪ੍ਰਸਿੱਧ ਵਿਦਵਾਨ, ਇਹ ਬੜੀ ਰਸਦਾਇਕ ਕਥਾ ਹੈ। ਨੌਜਵਾਨ ਜਿਹੜੀਆਂ ਪੁਰਾਣੀਆਂ ਗੱਡੀਆਂ ਉਹ ਤਾਂ ਉਹੀ ਖੜਖੜ ਕਰਨ ਲੱਗ ਜਾਂਦੀਆਂ। ਸਾਡੀ ਤਾਂ ਗੱਡੀ ਹੁਣ ਪੁਰਾਣੀ ਹੋਈ ਵੀ ਹੈ ਨਾ, ਇਹਨਾਂ ਦੀ ਗੱਡੀ ਨਵੀਂ ਹੈ। ਇਹ ਨਵੀਂ ਗੱਡੀ ਭਾਰ ਵੀ ਜ਼ਿਆਦਾ ਚੱਲਦੀ ਹੈ। ਮੈਂ ਤਾਂ ਜਹਾਜ਼ ਦਾ ਹੀ ਥੱਕਿਆ ਪਿਆ। ਮੈਂ ਤਾਂ ਇਹ ਸੀ ਵੀ ਕੰਡੀਸ਼ਨ ਪੂਰਾ ਕਰਨਾ, ਤੇ ਮੈਂ ਕਿਹਾ ਕਹਿਣਗੇ ਵੀ ਆ ਵੀ ਗਿਆ ਤੇ ਬਹਾਨਾ ਲਾ ਦਿੱਤਾ ਵੀ ਪਹਿਲਾਂ ਤਾਂ ਉਹੀ 2-3 ਸਾਲ ਬਾਅਦ ਆਇਆ ਤੇ ਹੁਣ ਖਾਨੀ ਬਹਾਨਾ ਲਾਉਂਦਾ। ਇਸ ਕਰਕੇ ਤੇ ਸੰਗਤਾਂ ਪਿਆਰ ਕਰਦੀਆਂ ਨੇ ਤੇ ਦਾਸ ਆਪ ਜੀ ਦਾ ਸਤਿਕਾਰ ਕਰਦਾ ਹੈ। ਗੁਰੂ ਸਿੱਖੋ, ਤੇ ਤੁਹਾਡੇ ਕੋਲ ਇਹ ਭਾਈ ਸਾਹਿਬ ਜੀ ਆਏ ਆ, ਇਸੇ ਤਰ੍ਹਾਂ ਕਥਾ ਦਾ ਆਨੰਦ ਮਾਣਨਾ ਹੈ। ਮੈਂ ਤਾਂ ਬਹੁਤੀ ਦੇਰ ਬੈਠ ਨਹੀਂ ਸਕੂੰਗਾ। ਮਹਾਰਾਜ ਦਾ ਸੁਖਾਸਨ ਕਰਨਾ। ਭਾਈ ਸਾਹਿਬ ਨੇ ਜਾ ਕੇ ਜਿਹਨਾਂ ਦੇ ਮੈਂ ਰਹਿ ਰਿਹਾ ਤੇ ਇਹ ਜਾ ਕੇ ਰਹਿ ਰਸ ਦਾ ਪਾਠ ਕਰਨਾ। ਮੈਂ ਥੋੜਾ ਸਮਾਂ ਬਾਬਾ ਜੀ ਨੂੰ ਸੁਣ ਕੇ, ਕਿਉਂਕਿ ਮੈਨੂੰ ਪਹਿਲਾਂ ਹੀ ਸੂਚਿਤ ਕਰਤਾ ਇਹਨਾਂ ਨੇ, ਮੈਂ ਤਾਂ ਫਿਰ ਜਿਵੇਂ ਅੰਨੇ ਨੂੰ ਗੋਰੀ ਫੜ ਕੇ ਲੈ ਜਾਓ ਉਧਰ ਜਾਣਾ ਹੁੰਦਾ। ਇੱਥੇ ਤਾਂ ਇਹ ਹਿਸਾਬ ਹੈ ਵੀ ਆਪ ਥੋੜ੍ਹੀ ਆ ਜਾਣਾ। ਭਾਈ ਨਿਰਭੈ ਸਿੰਘ ਜੀ ਜਿਹੜੇ ਇੱਥੇ ਕਿਸੇ ਵੇਲੇ ਮੈਨੇਜਰ ਰਹੇ, ਔਰ ਇਹਨਾਂ ਨੇ ਇੱਥੇ ਕਥਾ ਪਹਿਲੀ ਵਾਰ ਪ੍ਰਾਰੰਭ ਕਰਾਈ ਸੀ ਉਸ ਆਪਣੇ ਪਹਿਰੇ ਦੇ ਵਿੱਚ। ਇਹ ਇਹਨਾਂ ਦੀ ਉਹ ਦੇਣ ਹੈ। ਉਸ ਵੇਲੇ ਬੜੀ ਚੜ੍ਹਦੀ ਕਲਾ 'ਚ ਇੱਥੇ ਫੈਡਰੇਸ਼ਨ ਵਾਲਿਆਂ ਦਾ ਪਹਿਰਾ ਸੀ, ਉਹਦੇ 'ਚ ਭਾਈ ਸਾਹਿਬ ਜੀ ਮੈਨੇਜਰ ਸੀ। ਤੇ ਗੁਰੂ ਕਿਰਪਾ ਕਰੇ। ਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਗੇ ਜਿਸ ਪ੍ਰਕਾਰ ਤੀਸਰੇ ਪਾਤਸ਼ਾਹ ਦੇ ਸ਼ਬਦ ਸੰਤਾਂ ਦੀ ਬਾਣੀ 'ਚ ਆਏਗਾ, ਭਗਤਾਂ ਕੀ ਹਰ ਜੀਓ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ, ਇਹ ਸ਼ਬਦ ਕੱਲ ਆਏਗਾ। ਆਓ ਹੁਣ ਇੱਥੇ ਸਮਾਪਤੀ ਹੈ। ਹਾਂਜੀ, ਤੁਸੀਂ ਤੁਕ ਬੋਲੋ ਜੀ। ਦੇ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀਂ। ਸਾਜਨ ਆਏ ਮੁਠੇ ਘਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।